ਨਾਮਦੇਵ ਜੀ ਦਾ ਜਿਹੜੇ ਸ਼ਬਦ ਲੈ ਰਹੇ ਹਾਂ ਪੈਰੋ ਰਾਗ ਦੇ ਵਿੱਚ, ਉਹਨਾਂ ਦਾ ਜਿਹੜਾ ਹੈਗਾ ਨਾਮਦੇਵ ਜੀ ਦਾ ਸ਼ਬਦ 8ਵਾਂ ਸ਼ਬਦ ਲੈ ਰਹੇ ਹਾਂ। ਉਹ ਟੌਪਿਕ ਦਾ ਦੂਸਰਾ ਸ਼ਬਦ ਅੰਗ 1164 ਤੇ 65। ਇਹਦੇ ਵਿੱਚ ਨਾਮਦੇਵ ਜੀ ਜਿਹੜੇ ਹੈਗੇ ਆਪਾਂ ਨੂੰ ਪਰਮਾਤਮਾ ਦੇ ਵੱਲ ਨੂੰ, ਆਤਮਾ ਵੱਲ ਨੂੰ ਜਾਣ ਦੇ ਵਾਸਤੇ ਜਿਹੜੀ ਹੈ ਸਭ ਤੋਂ ਜਿਹੜੀ ਹੈਗੀ ਮੇਜਰ ਜਿਹੜੀ ਹੈਗੀ ਹੈ, ਸਭ ਤੋਂ ਵੱਡੀ ਰੁਕਾਵਟ ਜਿਹੜੀ ਹੈਗੀ ਉਹਦੇ ਬਾਰੇ ਜਿਹੜੇ ਹੈਗੇ ਜਾਣਕਾਰੀ ਦੇ ਰਹੇ। Hey, don't move like that, please. कर की नार त्यागे अंधा, पर नारी स्यों घाले धंधा। अंग 1164 65। कर की नार त्यागे अंधा, पर नारी स्यों घाले धंधा। जैसे सिंबल देख सुहा बिगसाना, अंत की बार मुआ लपटाना। ਨਾਮਦੇਵ ਜੀ ਆਪਾਂ ਨੂੰ ਦੱਸ ਰਹੇ ਭਾਈ ਇਹ ਮਨ ਜਿਹੜਾ ਹੈਗਾ, ਇਹ ਪਤੰਦਰ ਜਿਹੜਾ ਹੈਗਾ, ਇਹ ਜਿਹੜਾ ਚੱਲ ਹੈਗਾ ਮਨ, ਇਹਨੇ ਟਿਕਣਾ ਨਹੀਂ ਕਿਸੇ ਦੇ ਉੱਤੇ। ਇਹ ਮਨ ਨੇ ਜਿਹੜਾ ਹੈਗਾ ਕਿਸੇ ਇੱਕ ਜਗ੍ਹਾ ਤੇ ਨਹੀਂ ਟਿਕਣਾ। ਜੋ ਇਹਦੇ ਕੋਲ ਆ ਜਾਂਦਾ ਹੈ ਉਸ ਚੀਜ਼ ਨੂੰ ਛੱਡ ਦਿੰਦਾ ਹੈ ਤੇ ਅੱਗੇ ਜਿਹੜਾ ਹੈਗਾ, ਜਿਹੜਾ ਨਹੀਂ ਹੈਗਾ ਉਹਨੂੰ ਜਿਹੜਾ ਹੈਗਾ ਫੜਨ ਦੀ ਕੋਸ਼ਿਸ਼ ਕਰਦਾ ਹੈ। ਇਹਦੇ ਅੰਦਰ ਐਸੀ ਜਿਹੜੀ ਹੈ ਤ੍ਰਿਸ਼ਨਾ ਪਾਈ ਹੋਈ ਹੈ ਮਾਲਕ ਪਰਮਾਤਮਾ ਨੇ, ਪੰਜਾਂ ਤੱਤਾਂ ਦਾ ਐਸਾ ਇਹਦੇ ਅੰਦਰ ਜਿਹੜਾ ਹੈਗਾ ਖਿੱਚ ਪਾਈ ਹੈ ਮਾਲਕ ਪਰਮਾਤਮਾ ਨੇ। ਇਹ ਅੱਖਾਂ ਦੀ, ਰੂਪ ਦੀ, ਪਦਾਰਥਾਂ ਦੀ ਜਿਹੜੀ ਹੈ, ਸਵਾਦਾਂ ਦੀ, ਕੰਨਾਂ ਦੀ, ਸੁਣਨ ਦੀ, ਸਾਰੀ ਜਿਹੜੀ ਹੈਗੀ ਇੰਦਰੀਆਂ ਦੇ ਰਸ ਜਿਹੜੇ ਹੈਗੇ ਉਹਨਾਂ ਦੀ ਖਿੱਚ ਪਾਈ ਹੈ ਮਾਲਕ ਨੇ। ਔਰ ਮਾਲਕ ਕਹਿੰਦਾ ਇਹ ਖਿੱਚ ਦਾ ਕੋਈ ਅੰਤ ਨਹੀਂ ਹੈਗਾ, ਕੋਈ ਅੰਤ ਨਹੀਂ ਹੈਗਾ। ਭਾਵੇਂ ਤੂੰ ਕਿੰਨੇ ਮਰਜ਼ੀ ਜਨਮ ਜਿਹੜੇ ਹੈਗੇ ਇਹਦੇ ਨਾਲ ਤੂੰ ਜਿਹੜਾ ਹੈਗਾ ਇਹ ਪਦਾਰਥ ਜਿਹੜੇ ਹੈਗੇ, ਆਕਾਰ ਜਿਹੜਾ ਹੈਗਾ, ਰੂਪ ਜਿਹੜਾ ਹੈਗਾ ਭੋਗਦੇ ਰਹਿ, ਤੇਰੀ ਇਹ ਖਿੱਚ ਜਿਹੜੀ ਹੈਗੀ ਕਦੀ ਵੀ ਖਤਮ ਨਹੀਂ ਹੋ ਸਕਦੀ। ਨਾ ਇਹ ਜਿਹੜੀ ਹੈਗੀ ਆ ਇਹ ਤੂੰ ਤ੍ਰਿਪਤ ਹੋ ਸਕਦਾ ਹੈ। ਘਰ ਕੀ ਨਾਰ ਤਿਆਗੇ ਆਂਦਾ, ਘਰ ਦੀ ਜਿਹੜੀ ਹੈ, ਘਰ ਦੀ ਔਰਤ ਜਿਹੜੀ ਹੈਗੀ, ਕਹਿੰਦੇ ਅੰਨਾ ਜਿਹੜਾ ਹੈ, ਕਾਮ ਦੇ ਵਿੱਚ ਅੰਨਾ ਹੋਇਆ ਇਨਸਾਨ ਜਿਹੜਾ ਹੈਗਾ, ਰੂਪ ਦੇ ਵਿੱਚ ਅੰਨਾ ਹੋਇਆ ਇਨਸਾਨ ਘਰ ਦੀ ਇਸਤਰੀ ਨੂੰ ਇਗਨੋਰ ਕਰ ਦਿੰਦਾ ਹੈ। ਘਰ ਕੀ ਨਾਰ ਤਿਆਗੇ ਆਂਦਾ, ਪਰ ਨਾਰੀ ਸਿਉ ਘਾਲੇ ਧੰਦਾ। ਪਰਾਈ ਇਸਤਰੀ ਦੇ ਨਾਲ ਜਿਹੜਾ ਹੈਗਾ ਉਹ ਗੰਢ ਤੁੱਪ ਕਰ ਲੈਂਦਾ ਹੈ। ਧੰਦਾ ਮਤਲਬ ਜਿਹੜਾ ਹੈਗਾ ਉੱਥੇ ਜਿਹੜਾ ਹੈਗਾ ਪਰਾਈ ਇਸਤਰੀ ਦੇ ਨਾਲ ਜਿਹੜਾ ਹੈਗਾ ਮੇਲ ਜੋਲ ਕਰਦਾ ਹੈ। ਜੈਸੇ ਸਿੰਬਲ ਦੇਖ ਸੂਆ ਬਿਗਸਾਨਾ। ਸੂਆ ਜਿਹੜਾ ਹੈਗਾ ਤੋਤੇ ਨੂੰ ਕਹਿੰਦੇ ਆ। ਸਿੰਬਲ ਜਿਹੜਾ ਹੈਗਾ ਪਹਾੜਾਂ ਦੇ ਉੱਤੇ ਇੱਕ ਸਿੰਬਲ ਦਾ ਰੁੱਖ ਹੁੰਦਾ ਹੈ, ਉਹਦੇ ਵਿੱਚੋਂ ਜਿਹੜਾ ਹੈਗੇ ਸਿੰਬਲ ਦੇ ਜਿਹੜੇ ਹੈਗੇ ਸਰਾਣੇ ਵੀ ਬਣਦੇ ਆ। ਸਿੰਬਲ ਦੇ ਵਿੱਚੋਂ ਜਿਹੜਾ ਹੈਗਾ ਇੱਕ ਫਰੂਟ ਹੁੰਦਾ ਹੈ, ਹਰੇ ਰੰਗ ਦਾ ਫਰੂਟ ਹੁੰਦਾ ਹੈ। ਉਹ ਜਿਹੜਾ ਹੈਗਾ ਇੰਨਾ ਉਹਦੇ ਅੰਦਰ ਜਿਹੜੀ ਹੈਗੀ ਆ ਉਹਦੇ ਅੰਦਰ ਜਿਹੜੀ ਹੈ ਖੋਬ ਹੁੰਦੀ ਹੈ ਇੰਨੀ ਕਿ ਤੋਤਾ ਜਿਹੜਾ ਹੈਗਾ ਸਿੰਬਲ ਦਾ ਜਿਹੜਾ ਹੈਗਾ ਫਰੂਟ ਦੇਖ ਕੇ ਉਹਦੇ ਉੱਤੇ ਚੁੰਝ ਮਾਰਦਾ ਹੈ, ਔਰ ਉਹ ਚੁੰਝ ਜਿਹੜੀ ਹੈਗੀ ਉਹਦੇ ਵਿੱਚੋਂ ਨਿਕਲ ਨਹੀਂ ਪਾਉਂਦੀ। ਤੋਤਾ ਉਸ ਤਰ੍ਹਾਂ ਹੀ ਲਿਪਟ ਕੇ ਉਹਦੇ ਨਾਲ ਮਰ ਜਾਂਦਾ ਹੈ। ਜੈਸੇ ਸਿੰਬਲ ਦੇਖ ਸੂਆ ਬਿਗਸਾਨਾ, ਅੰਤ ਕੀ ਬਾਰ ਮੂਆ ਲਪਟਾਨਾ। ਅੰਤ ਦੇ ਵੇਲੇ ਜਿਹੜਾ ਹੈਗਾ ਇਸ ਤਰ੍ਹਾਂ ਜਿਹੜਾ ਹੈਗਾ ਤੋਤਾ ਆਪਣੇ ਪ੍ਰਾਣ ਤਿਆਗ ਦਿੰਦਾ ਹੈ। ਇਸੇ ਤਰੀਕੇ ਦੇ ਨਾਲ ਮਹਾਰਾਜ ਕਹਿੰਦੇ ਆ ਭਾਈ ਇਨਸਾਨ ਜਿਹੜਾ ਹੈਗਾ ਇਹ ਪਰਾਇਆ ਰੂਪ, ਪਰਾਇਆ ਧਨ ਇਸੇ ਦੇ ਵਿੱਚ ਜਿਹੜਾ ਹੈਗਾ ਆਪਣਾ ਜੀਵਨ ਜਿਹੜਾ ਹੈਗਾ ਆਪਣੇ ਮੈਕਸੀਮਮ ਜੋ ਆਪਾਂ ਨੂੰ ਮਨੁੱਖੀ ਜੂਨ ਮਿਲੀ ਹੈ ਇਹਨੂੰ ਹਾਰਨ ਦਾ ਮੇਨ ਕਾਰਨ ਜਿਹੜਾ ਹੈਗਾ ਇਹ ਪਰਾਇਆ ਧਨ, ਪਰਾਇਆ ਰੂਪ ਹੈਗਾ। ਘਰ ਕੀ ਨਾਰ ਤਿਆਗੇ ਆਂਦਾ, ਪਰ ਨਾਰੀ ਸਿਉ ਘਾਲੇ ਧੰਦਾ। जैसे सिंबल देख सुहा बिगसाना, अंत की बार मुआ लपटाना।
ਪਾਪੀ ਕਾ ਘਰ ਅਗਨੇ ਮਾਹੇ। ਕਹਿੰਦੇ ਫਿਰ ਪਾਪ ਕਮਾਉਂਦਾ ਹੈ, ਔਰ ਪਾਪੀ ਦਾ ਘਰ ਜਿਹੜਾ ਅੱਗ ਦੇ ਵਿੱਚ ਹੈ। ਅੱਗ ਦੇ ਵਿੱਚ ਜਿਹੜਾ ਬੰਦਾ ਹੈ ਉਹਨੇ ਤਾਂ ਸੜਨਾ ਹੀ ਸੜਨਾ ਹੈਗਾ। ਹੁਣ ਇਹ ਕਿਹੜੀ ਅੱਗ ਹੈ? ਅੱਗ ਜਿਹੜੀ ਹੈਗੀ ਇਹਨੇ ਪਰਮਾਤਮਾ ਦੇ ਵੱਲ ਨੂੰ, ਆਪਾਂ ਨੂੰ ਆਤਮਾ ਦੇ ਵੱਲ ਨੂੰ ਜਿਹੜਾ ਹੈਗਾ ਨਹੀਂ ਜਾਣ ਦੇਣਾ। ਇਹ ਵਿਕਾਰਾਂ ਦੀ ਅੱਗ ਹੈ, ਵਿਸ਼ੇ ਵਿਕਾਰਾਂ ਦੀ ਅੱਗ ਹੈਗੀ। ਇਹ ਪਾਪ ਕਮਾਏਗਾ, ਪਾਪ ਕਮਾ ਰਿਹਾ ਹੈ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਇਸੇ ਤਰੀਕੇ ਦੇ ਨਾਲ ਕਹਿੰਦੇ ਇਸ ਅੱਗ ਦੇ ਵਿੱਚ ਜਿਹੜਾ ਹੈਗਾ ਇਹ ਐਸੀ ਅੱਗ ਆ ਜਿਹੜੀ ਕਿ ਲਪਟਾਂ ਨਹੀਂ ਹੁੰਦੀਆਂ ਇਹਦੀਆਂ, ਔਰ ਅੰਦਰ ਹੀ ਅੰਦਰ ਜਿਹੜੀ ਹੈ ਇਨਸਾਨ ਨੂੰ ਸੁਆਹ ਕਰ ਦਿੰਦੀ ਹੈ। ਜਿਵੇਂ ਗੋਹਾ ਹੁੰਦਾ ਹੈ, ਗੋਹੇ ਦੀ ਅੱਗ ਹੁੰਦੀ ਹੈ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਇਨਸਾਨ ਮਿਟ ਜਾਂਦਾ ਹੈ, ਇਨਸਾਨ ਦੀ ਜੂਨ ਜਿਹੜੀ ਹੈਗੀ ਖਤਮ ਹੋ ਜਾਂਦੀ ਹੈ, ਉਹ ਉਮਰ ਖਤਮ ਹੋ ਜਾਂਦੀ ਹੈ ਇਨਸਾਨ ਦੀ। ਔਰ ਜਿਹੜਾ ਹੈਗਾ ਇੱਥੇ ਜਿਹੜਾ ਹੈਗਾ ਫਿਰ ਵਾਪਸ ਜਿਹੜਾ ਹੈਗਾ 84 ਦਾ ਗੇੜ ਸ਼ੁਰੂ ਹੋ ਜਾਂਦਾ ਹੈ। ਰਹਾਓ ਹਰ ਕੀ ਭਗਤ ਨਾ ਦੇਖੇ ਜਾਏ, ਮਾਰਗ ਛੋੜ ਅਮਾਰਗ ਪਾਏ। ਬਸ ਪਰਮਾਤਮਾ ਦੀ ਭਗਤੀ ਜਿਹੜੀ ਹੈਗੀ, ਧਿਆਨ ਸਿਮਰਨ ਜਿਹੜਾ ਹੈਗਾ, ਨਿਕਲਣ ਦਾ ਜਿਹੜਾ ਰਸਤਾ ਹੈਗਾ, ਕਹਿੰਦੇ ਬਸ ਉਸ ਪਾਸੇ ਜਿਹੜਾ ਹੈਗਾ ਇਨਸਾਨ ਜਾਂਦਾ ਹੀ ਨਹੀਂ ਹੈਗਾ। ਹਰ ਕੀ ਭਗਤ ਨਾ ਦੇਖੇ ਜਾਏ, ਉਹ ਤਾਂ ਸੈਂਪਲ ਵੀ ਨਹੀਂ ਲੈਂਦਾ। ਮਾਰਗ ਛੋੜ ਅਮਾਰਗ ਪਾਏ, ਸਹੀ ਰਸਤਾ ਛੱਡ ਕੇ ਪੁੱਠੇ ਰਸਤੇ ਪੈ ਜਾਂਦਾ ਹੈ ਭਾਈ। ਮਾਰਗ ਸੀਗਾ ਅੰਦਰ, ਆਪਣੇ ਅੰਦਰ ਵੜਨਾ ਸੀ, ਆਤਮ ਤੀਰਥ ਕਰਨਾ ਸੀ, ਆਤਮਾ ਵੱਲ ਨੂੰ ਜਾਣਾ ਸੀਗਾ। ਉਹਨੂੰ ਛੱਡ ਕੇ ਸੰਸਾਰ ਵੱਲ ਨੂੰ, ਆਕਾਰ ਵੱਲ ਨੂੰ, ਰੂਪ ਵੱਲ ਨੂੰ ਚਲੇ ਜਾਂਦਾ ਹੈ ਭਾਈ। ਮੂਲੋਂ ਭੂਲਾ ਆਵੇ ਜਾਏ, ਅੰਮ੍ਰਿਤ ਡਾਰ ਲਾਦ ਬਿਖਾਏ। ਕਹਿੰਦੇ ਮੂਲ ਤੋਂ ਭੁੱਲ ਗਿਆ ਭਾਈ, ਇਹ ਮੂਲ ਤੋਂ ਭੁੱਲ ਗਿਆ, ਬਸ ਮੂਲ ਤੋਂ ਭੁੱਲ ਗਿਆ। ਹੁਣ ਕਹਿੰਦੇ ਆ ਫਿਰ ਆਉਂਦਾ ਜਾਂਦਾ ਰਹਿੰਦਾ ਹੈ। ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਆਪਣੇ ਜਿਹੜੇ ਹੈਗੇ ਕਾਮ, ਇਹ ਜਿਹੜੇ ਹੈ ਆਪਣੇ ਜਿਹੜੇ ਹੈਗੇ ਆ ਆਪਣੇ ਅੰਦਰ ਇੱਛਾਵਾਂ ਜਿਹੜੀਆਂ ਹੈਗੀਆਂ ਆਪਣੀਆਂ, ਆਪਾਂ ਜਿਹੜੇ ਹੈਗੇ ਇੱਛਾਧਾਰੀ ਹੈਗੇ ਆ। ਇਸ ਤਰ੍ਹਾਂ ਫਿਰ ਜਿਹੜਾ ਹੈਗਾ ਅਗਲਾ ਜਨਮ ਜਿਹੜਾ ਹੈਗਾ ਆਪਾਂ ਆਪਣੇ ਆਪ ਜਿਹੜਾ ਹੈਗਾ ਸਹੇੜਦੇ ਹਾਂ ਆਪਣਾ। ਮੂਲੋਂ ਭੂਲਾ ਆਵੇ ਜਾਏ, ਅੰਮ੍ਰਿਤ ਡਾਰ ਲਾਦ ਬਿਖ ਖਾਏ। ਅੰਮ੍ਰਿਤ ਨੂੰ ਛੱਡ ਦਿੱਤਾ ਔਰ ਜ਼ਹਿਰ ਜਿਹੜੀ ਆ ਪਸੰਦ ਕਰ ਲਈ। ਇਸ ਤਰ੍ਹਾਂ ਬਿਖ ਖਾਂਦਾ ਹੈ, ਔਰ ਬਿਖ ਜਿਹੜੀ ਹੈਗੀ ਆ ਆਤਮਿਕ ਜੀਵਨ ਜਿਹੜਾ ਹੈਗਾ ਉਹਨੂੰ ਸੁਆਹ ਕਰ ਦਿੰਦੀ ਆ, ਮਾਰ ਦਿੰਦੀ ਆ। ਆਹ ਮਾਲਕ ਪਰਮਾਤਮਾ ਦੀ ਖੇਡ ਹੈਗੀ ਆ। ਜਿਉਂ ਤੀਸਰਾ ਬੰਦ, ਜਿਉਂ ਬੇਸਵਾ ਕੇ ਪਰੈ ਅਖਾਰਾ, ਕਾਪਰ ਪਹਿਰ ਕਰੇ ਸਿੰਗਾਰਾ। ਕਹਿੰਦੇ ਭਾਈ ਦੇਖੋ ਇਹ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਨਸਾਨ ਨੂੰ ਫਸਾਉਣ ਵਾਸਤੇ ਜਾਲ ਬੁਣਿਆ ਹੋਇਆ ਆ। ਜਿਵੇਂ ਬੇਸਵਾ ਜਿਹੜੀ ਹੈਗੀ ਆ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ, ਤਰ੍ਹਾਂ ਤਰ੍ਹਾਂ ਦਾ ਰੂਪ ਦਿਖਾ ਕੇ, ਤਰ੍ਹਾਂ ਤਰ੍ਹਾਂ ਦੇ ਜਿਹੜੇ ਹੈਗੇ ਨਾਚ ਕਰ ਕਰਕੇ, ਔਰ ਜਿਹੜਾ ਹੈਗਾ ਗ੍ਰਾਹਕ ਜਿਹੜੇ ਹੈਗੇ ਉਹਨਾਂ ਨੂੰ ਫਸਾਉਂਦੀ ਆ ਅਤੇ ਉਹਨਾਂ ਨੂੰ ਲੁੱਟਦੀ ਆ। ਜਿਉਂ ਬੇਸਵਾ ਕੇ ਪਰੈ ਅਖਾਰਾ, ਕਾਪਰ ਪਹਿਰ ਕਰੇ ਸਿੰਗਾਰਾ। ਪੂਰੇ ਤਾਲ ਨਿਹਾਲੇ ਸਾਸ, ਔਰ ਪੂਰਾ ਜਿਹੜਾ ਹੈਗਾ ਜੋ ਗਾ ਰਹੀ ਹੈ ਤਾਲ ਦੇ ਨਾਲ ਪੂਰਾ ਨਾਚ ਕਰਦੀ ਹੈ ਔਰ ਗਾਉਂਦੀ ਹੈ। ਆਪਣੇ ਸਾਹ ਬਿਲਕੁਲ ਜਿਹੜੇ ਹੈਗੇ ਤਾਲ ਦੇ ਉੱਤੇ ਹੁੰਦੇ ਉਹਦੇ। ਵਾਕੇ ਗਲੇ ਜਮ ਕਾ ਹੈ ਫਾਸ, ਉਹਦੇ ਗਲੇ 'ਚ ਕੀ ਹੁੰਦਾ ਹੈ? ਜਮ ਦੀ ਫਾਹੀ ਹੁੰਦੀ ਹੈ। ਵਾਕੇ ਗਲੇ ਜਮ ਕਾ ਹੈ ਫਾਸ। 3 ਬੰਦ ਹੋ ਗਏ, ਆਖਰੀ ਬੰਦ ਆ ਗਿਆ। ਕਹਿੰਦੇ ਦੇਖ ਮੈਂ ਤੈਨੂੰ ਦੱਸਤਾ ਗਿਆਨ, ਤੈਨੂੰ ਸਮਝਾਤਾ। ਆ ਸਭ ਤੋਂ ਵੱਡਾ ਜਿਹੜਾ ਹੈਗਾ ਤੈਨੂੰ ਜਿਹੜਾ ਹੈਗਾ ਜਿੱਥੋਂ ਤੂੰ ਬਚਣਾ ਹੈਗਾ, ਸਭ ਤੋਂ ਵੱਡਾ ਪੱਥਰ ਰਸਤੇ ਦਾ, ਸਭ ਤੋਂ ਵੱਡੀ ਰੁਕਾਵਟ। ਜਾ ਕੇ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ। ਕਹਿੰਦੇ ਜਿਹਦੇ ਉੱਥੇ ਚੰਗੇ ਭਾਗ ਲਿਖੇ ਹੋਏ ਆ ਉਹਨੇ ਆ ਗਿਆਨ ਲੈ ਕੇ, ਆ ਗੁਰੂ ਦਾ ਗਿਆਨ ਆ, ਉਹਨੇ ਗੁਰੂ ਦੀ ਸ਼ਰਨ 'ਚ ਚਲੇ ਜਾਣਾ, ਉਹਨੇ ਇਹ ਰਸਤਾ ਛੱਡ ਦੇਣਾ। ਜਾ ਕੇ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ। ਕਹਿਤ ਨਾਮਦੇਵ ਇਹੋ ਵਿਚਾਰ, ਇਨ ਵਿਦ ਸੰਤੋ ਉਤਰੋ ਭਾਰ। हे ਸਾਧ ਸੰਗਤ ਜੀ, ਸਾਧਨਾ ਕਰਨ ਵਾਲਿਓ, ਸਾਧੂਓ, ਸੰਤੋ, ਮੇਰੀ ਗੱਲ ਨੂੰ, ਇਸ ਨੂੰ ਵਿਚਾਰ ਕਰੋ। ਇਹਨੂੰ ਗਾ ਕੇ ਜਿਹੜਾ ਹੈਗਾ, ਇਹਨੂੰ ਗਾ ਕੇ, ਪੜ੍ਹ ਕੇ, ਪਾਠ ਕਰਕੇ, ਸੁਣ ਕੇ ਛੱਡੋ ਨਾ।
ਇਸ ਗੱਲ ਤੇ ਵਿਚਾਰ ਕਰੋ। ਕਹਿਤ ਨਾਮ ਦਿਓ ਇਹੋ ਵਿਚਾਰ। ਆਹ ਗੱਲ ਨੂੰ ਵਿਚਾਰ ਲਾ ਮਿੱਤਰਾ। ਇਨ ਵਿਦ ਸੰਤੋ ਉਤਰੋ ਪਾਰ। ਇਸ ਤਰੀਕੇ ਦੇ ਨਾਲ ਆਪਣਾ ਰਸਤਾ ਜਿਹੜਾ ਹੈਗਾ, ਹਾਲੇ ਵੀ ਜਿਹੜਾ ਚਾਂਸ ਹੈਗਾ, ਹਾਲੇ ਵੀ ਆਪਾਂ ਜਿਹੜੇ ਹੈਗੇ ਇਸ ਤੋਂ ਪਾਸੇ ਹੋ ਸਕਦੇ ਹਾਂ ਔਰ ਸੰਸਾਰ ਸਮੁੰਦਰ ਤੋਂ ਪਾਰ ਉਤਰ ਸਕਦੇ ਹਾਂ। ਕਹਿਤ ਨਾਮ ਦਿਓ ਇਹੋ ਵਿਚਾਰ। ਇਨ ਵਿਦ ਸੰਤੋ ਉਤਰੋ ਪਾਰ। ਜਿਹੜਾ ਕਾਮ ਵਾਲੀ ਚੀਜ਼ ਜਿਹੜੀ ਹੈਗੀ, ਜਿਹੜਾ ਇਹ ਪਰ ਇਸਤਰੀ ਗਮਨ ਜਿਹੜਾ ਹੈਗਾ, ਪਰਾਇਆ ਰੂਪ ਜਿਹੜਾ ਹੈਗਾ, ਪਰਾਇਆ ਤਨ ਜਿਹੜਾ ਹੈਗਾ, ਜਿਹੜਾ ਇਸ ਤੋਂ ਬਚ ਗਿਆ ਉਹ ਸੰਸਾਰ ਸਮੁੰਦਰ ਤੋਂ ਪਾਰ ਉਤਰ ਗਿਆ। ਹਾਂਜੀ ਗੋਰਖ ਸਾਹਿਬ। ਘਰ ਕੀ ਨਾਰ त्यागे आंदा पर नारी स्यों काले तंदा। जैसे सिंबल देख सुआ बिकसाना अंत की बार मुआ लपटाना। हाँ जी ठीक है जी। साध संगत जी इत्थे देखो, इकल्ले नर जां नारी की गल नहीं होंदी, दोनों की इकट्ठियां ने कहंदे आ कि घर की नार त्यागे अंधा। अन्ना समझते अन्ना कहते जिहड़ा बंदा घर का जीवन साथी छड्ड के बाहर इधर उधर घूमता है वो अन्ना है, अंधा है। पर नारी सो काले तन ते बाहर जाके जिहड़ा बंदा दुराचार करता है ਉਹਦੇ ਬਾਰੇ ਇਹਨਾਂ ਨੇ ਵਿਚਾਰ ਕੀਤੀ। ਜੈਸੇ ਸਿੰਬਲ ਦੇਖ ਸੁਆ ਬਿਕਸਾਨਾ। ਜਿੱਦਾਂ ਉਹ ਕਹਿੰਦੇ ਕਿ ਜਿੱਦਾਂ ਉਹ ਇੱਕ ਤੋਤਾ ਉਹ ਸਿੰਬਲ ਦੇ ਰੁੱਖ ਦਾ ਫਲ ਖਾਣ ਦੀ ਕੋਸ਼ਿਸ਼ ਕਰਦਾ ਹੈ, ਇਸੇ ਤਰ੍ਹਾਂ ਇਹਨਾਂ ਦਾ ਜੀਵਨ ਹੋ ਜਾਂਦਾ ਹੈ। ਉਹ ਬੰਦੇ ਇਹ ਨਹੀਂ ਮਹਿਸੂਸ ਕਰਦੇ ਕਿ ਉਹ ਜਿੱਥੇ ਬੈਠੇ ਨੇ ਉੱਥੇ ਸੁੱਖ ਨਹੀਂ ਹੈਗਾ, ਕੇਵਲ ਛਲ ਹੈ, ਕਪਟ ਹੈ, ਮਾਇਆ ਦਾ ਕਪਟ ਹੈ ਬੰਦੇ ਨੂੰ। ਔਰ ਇਸ ਚੀਜ਼ ਨੇ ਸਾਰੀ ਦੁਨੀਆ ਨੂੰ ਵਿੰਨਿਆ ਹੋਇਆ ਹੈ। ਸਾਧ ਸੰਗਤ ਜੀ ਬਹੁਤ ਜ਼ਿਆਦਾ ਲੋਕ ਇੱਥੇ ਬੈਠੇ, ਇਸ ਕਰਕੇ ਕਹਿੰਦੇ ਆ ਕਿ ਜਿਹੜਾ ਜਿੱਦਾਂ ਉਹਨੂੰ ਨਿਜਾ ਸਾਹਿਬ ਕਹਿੰਦੇ ਨੇ ਕਿ ਉਹਨੂੰ ਤੋਤੇ ਨੂੰ ਬੜਾ ਚੰਗਾ ਲੱਗਦਾ ਹੈ ਫਲ, ਪਰ ਉਹਦੀ ਮੌਤ ਉੱਥੇ ਲੱਗੀ ਹੈ ਕਿਉਂਕਿ ਉਹਦੀ ਚੁੰਝ ਚ ਫਸ ਜਾਣੀ। ਇਸੇ ਤਰ੍ਹਾਂ ਬੰਦਾ ਵਿਹਲਾ ਨਹੀਂ ਆ, ਬੰਦਾ ਏਦਾਂ ਕਿਉਂ ਕਰਦਾ। ਇਹ ਸਾਧ ਸੰਗਤ ਜੀ ਅਸਲ ਦੇ ਵਿੱਚ ਨਾ ਸਾਡਾ ਜਿਹੜਾ ਚੇਤੇ ਆ ਨਾ ਉਹਦੇ ਪਿੱਛੇ ਕਾਰਨ ਸਰੀਰ ਹੁੰਦਾ। ਕਾਰਨ ਸਰੀਰ ਦਾ ਮਤਲਬ ਹੁੰਦਾ ਕਿ ਸਾਡੇ ਸੰਸਕਾਰ। ਹੁਣ ਜਿੱਦਾਂ ਦੇ ਤੁਹਾਡੇ ਸੰਸਕਾਰ ਨੇ ਤੁਹਾਡਾ ਜੀਵਨ ਉਸੇ ਤਰ੍ਹਾਂ ਦਾ ਹੋਊਗਾ। ਹੁਣ ਕਈ ਲੋਕ ਸੋਚਦੇ ਨੇ, ਇੱਕ ਕਹਾਵਤ ਨਹੀਂ ਸੁਣੀ, ਕਹਿੰਦੇ ਵਾਰਿਸ ਸ਼ਾਹ ਨਹੀਂ ਆਦਤਾਂ ਜਾਂਦੀਆਂ ਭਾਵੇਂ ਕੱਟੀਏ ਪੋਰੀਆਂ ਪੋਰੀਆਂ। ਵਾਰਿਸ ਸ਼ਾਹ ਦੀ ਇੱਕ ਖਾਣ ਹੈ ਬਣਿਆ, ਮਤਲਬ ਤੇ ਇਹੋ ਹੀ ਹੈ ਕਿ ਜੇ ਤੂੰ ਆਦਤਾਂ ਆਵਾਜ਼ ਕਾਹਦੀ ਹੁੰਦੀ ਉਹ ਨਾਲ ਮੈਂ ਆਪਣਾ ਮਾਈਕ ਬੰਦ ਕਰ ਦੇਣਾ ਜੀ। ਹਾਂਜੀ ਅੱਛਾ ਉਹ ਤੁਰਦੇ ਵਾਰਿਸ ਸ਼ਾਹ ਕਹਿੰਦੇ ਆ ਕਿ ਆਦਤਾਂ ਨਹੀਂ ਜਾਂਦੀਆਂ। ਕਿਉਂ ਨਹੀਂ ਜਾਂਦੀਆਂ? ਹੁਣ ਦੇਖੋ ਤੁਸੀਂ ਆਦਤ ਨੂੰ ਨਾ ਦੇਖੋ, ਆਦਤ ਜਿਹੜੀ ਹੁੰਦੀ ਉਹ ਪਰਛਾਵਾਂ ਹੈ, ਕਿਸੇ ਰੁੱਖ ਦਾ ਪਰਛਾਵਾਂ ਹੁੰਦਾ ਹੈ। ਤੇ ਹੁਣ ਤੁਸੀਂ ਪਰਛਾਵੇਂ ਨੂੰ ਛੋਟਾ ਵੱਡਾ ਨਹੀਂ ਕਰ ਸਕਦੇ। ਕੀ ਕਹੋਗੇ? ਉਹਨੂੰ ਕੁਛ ਕਰਨ ਦੀ ਕੋਸ਼ਿਸ਼ ਕਰੋਗੇ, ਉਹਨੇ ਤੁਹਾਡੀ ਗੱਲ ਸੁਣਨੀ ਨਹੀਂ। ਆਪਾਂ ਆਮ ਤੌਰ ਤੇ ਕਹਿੰਦੇ ਨੇ ਕਿ ਬੰਦਾ ਯਾਰ ਇਹ ਬੰਦੇ ਦੇ ਵੱਸ ਦੀ ਗੱਲ ਨਹੀਂ, ਇਹਦੀ ਮੱਤ ਮਾਰੀ ਗਈ ਹੈ, ਇਹਨੂੰ ਸਮਝ ਨਹੀਂ ਪੈਣ ਦੀ ਕਿ ਸਹੀ ਕੀ ਹੈ ਗਲਤ ਹੈ। ਸਾਰਿਆਂ ਨੂੰ ਪਤਾ ਹੈ ਗਲਤ ਆ, ਪਰ ਉਹਨੂੰ ਨਹੀਂ ਪਤਾ ਵਿਚਾਰੇ ਨੂੰ ਜਾਂ ਵਿਚਾਰੀ ਨੂੰ। ਉਹ ਕੰਮ ਕਰ ਰਿਹਾ, ਕਿਉਂ ਕਰ ਰਹੀ ਹੈ? ਕਿ ਉਹਨਾਂ ਦਾ ਜਿੱਦਾਂ ਦਾ ਚਿੱਤ ਸੀ ਉਸੇ ਚਿੱਤ ਦੇ ਨਾਲ ਹੀ ਉਹਨਾਂ ਨੇ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰਤਾ। ਉਹਨਾਂ ਨੇ ਵੇਖਿਆ ਹੀ ਨਹੀਂ ਕਿਤੇ ਕਿ ਇਹ ਜਿਹੜਾ ਮੇਰਾ ਚਿੱਤ ਆ ਇਹ ਏਡਾ ਵਧੀਆ ਨਹੀਂ ਹੈਗਾ। ਵਧੀਆ ਹੋਵੇ ਤੇ ਸੋਭਾ ਪਵੇ ਨਾ ਗੱਲ ਚ, ਪਰ ਸੋਭਾ ਤੇ ਪੈਣ ਨਹੀਂ ਦੇਈ। ਇਹ ਮੈਨੂੰ ਉਲਟੀ ਪੁਲਟੀ ਜਗ੍ਹਾ ਚ ਲਈ ਫਿਰਦੇ ਆ। ਇਹਦਾ ਮਤਲਬ ਹੈ ਕਿ ਕੋਈ ਚੀਜ਼ ਮੇਰੇ ਅੰਦਰ ਹੈਗੀ ਜਿਹੜੀ ਮੈਨੂੰ ਉਸ ਦਿਸ਼ਾ ਦੇ ਵੱਲ ਜਾਣ ਵਾਸਤੇ ਮਜਬੂਰ ਕਰ ਰਹੀ ਹੈ। ਉਹ ਤੁਹਾਡਾ ਕਾਰਨ ਸਰੀਰ ਹੈ। ਹੁਣ ਜਿਹੜਾ ਕਾਰਨ ਸਰੀਰ ਆ, ਕਾਰਨ ਸਰੀਰ ਦੇ ਜਿੱਦਾਂ ਦੇ ਸੰਸਕਾਰ ਇਕੱਤਰ ਨੇ, ਸਾਡਾ ਸੁਭਾਅ ਉਸੇ ਹੀ ਤਰ੍ਹਾਂ ਦਾ ਬਣਨਾ। ਛੋਟੇ ਬੱਚੇ ਦੇ ਵਿੱਚ ਇੱਕਦਮ ਨਹੀਂ ਪ੍ਰਗਟ ਹੁੰਦੇ, ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਨਾ ਪ੍ਰਗਟ ਹੋ ਜਾਂਦੇ।
ਗੋਰਖੀ ਸਾਹਿਬ ਇਹਨਾਂ ਫਿਰ ਘਰ ਵੇਖੋ ਇੱਕਦਮ ਉਹ ਬੱਚੇ ਨਾ ਇੱਕਦਮ ਤੁਸੀਂ ਵੇਖੋ ਜੀ ਮੈਂ ਕਹਿ ਰਿਹਾ ਸੀ ਕਾਰਨ ਸਰੀਰ ਜਿਹੜਾ ਹੈਗਾ ਨਾ ਸਾਧ ਸੰਗਤ ਜੀ, ਕਾਰਨ ਸਰੀਰ ਜਿਹੜਾ ਹੈਗਾ ਇਹ ਕੋਈ ਫਿਜ਼ੀਕਲ ਨਹੀਂ ਹੈਗਾ। ਕਾਰਨ ਸਰੀਰ ਜਿਹੜਾ ਹੈਗਾ ਆਪਣੇ ਜਿਹੜੇ ਸੰਸਕਾਰ ਹੈਗੇ, ਜਿੱਥੇ ਇਹ ਆਪਣੀ ਕਮਾਈ ਕੀਤੀ ਹੋਈ ਆ, ਜਿੱਧਰ ਨੂੰ ਆਪਾਂ ਗਤੀ ਕੀਤੀ ਆ, ਜੋ ਆਪਣੀਆਂ ਇੱਛਾਵਾਂ ਹੈਗੀਆਂ ਆ, ਜੋ ਆਪਣੀਆਂ ਇੱਛਾਵਾਂ ਦੇ ਨਾਲ ਜਿਹੜੇ ਹੈਗੇ, ਜੋ ਆਪਣੇ ਅੰਦਰ ਜਿਹੜੀਆਂ ਹੈਗੀਆਂ ਲੀਹਾਂ ਬਣ ਗਈਆਂ ਆ, ਜੋ ਆਪਣਾ ਨੇਚਰ ਬਣ ਗਿਆ ਆ, ਉਹਨੂੰ ਕਾਰਨ ਸਰੀਰ ਕਹਿੰਦੇ ਆ। ਇਹ ਆਪਾਂ ਨੇ ਬਣਾਇਆ ਹੈਗਾ। ਹਾਂਜੀ ਵੀਰ ਜੀ। ਹਾਂਜੀ, ਜਿੱਦਾਂ ਦਾ ਆਪਾਂ ਜੀਵਨ ਬਤੀਤ ਕਰਦੇ ਹਾਂ ਨਾ, ਉਸੇ ਹੀ ਕਿਸਮ ਦਾ ਸਾਡਾ ਕਾਰਨ ਸਰੀਰ ਦਾ ਆਕਾਰ ਬਣਦਾ ਹੈ। ਜੋ ਮੰਨ ਲਓ ਮੈਂ ਕਾਮ ਦੇ ਵਿੱਚ ਜ਼ਿਆਦਾ ਗਤੀ ਕੀਤੀ ਹੈ, ਪੁਰਾਤਨ ਤੌਰ ਤੇ ਕ੍ਰੋਧ 'ਚ, ਲੋਭ 'ਚ, ਮੋਹ 'ਚ, ਹੰਕਾਰ 'ਚ, ਤੁਸੀਂ ਦੇਖੇ ਨਹੀਂ ਕਈ ਬੰਦੇ ਬੜੇ ਕ੍ਰੋਧੀ 'ਚ ਹੁੰਦੇ, ਉਹ ਕ੍ਰੋਧ ਨੂੰ ਪਾਲਦੇ ਨੇ, ਉਹ ਕ੍ਰੋਧ ਨੂੰ ਬੱਚੇ ਨੂੰ ਪਾਲੀ ਜਾਂਦੇ। ਫਿਰ ਵੇਖੋ ਇੰਨਾ ਉਹ ਬੰਦਾ ਕ੍ਰੋਧੀ ਹੋ ਜਾਂਦਾ ਹੈ, ਇੱਥੋਂ ਤੱਕ ਕਈ ਬੰਦੇ ਆਪਣੇ ਆਪ ਨੂੰ ਸੱਟ ਲਾ ਲੈਂਦੇ ਨੇ। ਬਿਲਕੁਲ ਗੋਰਖੀ ਸਾਹਿਬ। ਔਰ ਕਾਰਨ ਸਰੀਰ ਆਪਾਂ ਲੈ ਕੇ ਪ੍ਰਗਟ ਹੁੰਨੇ ਆ। ਕਾਰਨ ਸਰੀਰ ਜਿਹੜਾ ਹੈਗਾ, ਛੋਟਾ ਬੱਚਾ ਜਿਹੜਾ ਹੈਗਾ, ਸਾਲ ਦਾ ਵੀ ਨਹੀਂ ਬੱਚਾ, ਉਹਦੇ ਅੰਦਰ ਇੰਨਾ ਕ੍ਰੋਧ ਹੁੰਦਾ ਹੈ, ਕੁਛ ਪੁੱਛੋ ਨਾ, ਇੰਨੀ ਜਿੱਦ ਹੁੰਦੀ ਆ, ਇੰਨਾ ਕ੍ਰੋਧ ਹੁੰਦਾ ਹੈ। ਉਹ ਬੱਚੇ ਨੇ ਤਾਂ ਹਾਲੇ ਕੁਛ ਕੀਤਾ ਨਹੀਂ ਹੈ ਦੁਨੀਆ ਦੇ ਵਿੱਚ ਆ ਕੇ, ਉਹਨੇ ਤਾਂ ਕੋਈ ਪਾਪ ਨਹੀਂ ਕਮਾਏ, ਪਰ ਉਹ ਕਿਉਂਕਿ ਪਿਛਲਾ ਜਿਹੜਾ ਹੈਗਾ ਕਾਰਨ ਸਰੀਰ ਉਹ ਨਾਲ ਲੈ ਕੇ ਆਇਆ। ਇਹਨੂੰ ਹੀ ਕਹਿੰਦੇ ਆ ਮਹਾਰਾਜ ਜਿਹੜਾ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਕਿਰਤ ਕਰਮ ਜਿਹੜਾ ਇਹਨੂੰ ਕਾਰਨ ਸਰੀਰ ਕਹਿੰਦੇ ਆ। ਹਾਂਜੀ ਵੀਰ ਜੀ। ਹਾਂਜੀ, ਜਿੱਦਾਂ ਦਾ ਕਰਮ ਆਪਾਂ ਕਰੀ ਜਾਂਦੇ ਆ ਉਸੇ ਹੀ ਤਰ੍ਹਾਂ ਦਾ ਕਾਰਨ ਸਰੀਰ ਬਣਦਾ। ਹੁਣ ਵੀ ਜਿਹੜਾ ਕਾਰਨ ਸਰੀਰ ਆ ਨਾ, ਅਸੀਂ ਖੁਦ ਬਣਾ ਰਹੇ ਹਾਂ। ਬਿਲਕੁਲ। ਹੁਣ ਵੀ ਨੈਗੇਟਿਵਿਟੀ ਦੇ ਵਿੱਚ ਜਾ ਰਹੇ ਹਾਂ ਆਪਾਂ, ਡੇ ਟੂ ਡੇ ਨੈਗੇਟਿਵਿਟੀ ਦੇ ਨਾਲ ਘੁੰਮ ਰਹੇ ਹਾਂ। ਬਸ ਫਲਾਨਾ ਇਸ ਤਰ੍ਹਾਂ, ਟਿਮਕਾ ਇਸ ਤਰ੍ਹਾਂ, ਆਪਾਂ ਅੱਗੇ ਆਪਣਾ ਕਾਰਨ ਸਰੀਰ ਬਿਲਡ ਕਰੀ ਜਾ ਰਹੇ ਹਾਂ, ਅੱਗੇ ਬਣੀ ਜਾ ਰਿਹਾ ਹੈ। ਹਾਂਜੀ ਵੀਰ ਜੀ। ਹਾਂ, ਹੁਣ ਇੱਥੇ ਤੁਹਾਡੇ ਕੋਲ ਦੋ ਆਪਸ਼ਨ ਨੇ। ਇੱਕ ਤੇ ਤੁਹਾਡਾ ਜਿੱਦਾਂ ਦਾ ਸੁਭਾਅ ਹੈ, ਤੁਸੀਂ ਉਹਦੇ ਨਾਲ ਰੰਗ ਮਾਣੋ, ਨਜ਼ਾਰੇ ਲਓ ਤੇ ਢੋਲੇ ਤੇ ਮਾਈਏ ਗਾਓ ਤੇ ਸੰਸਾਰ ਤੋਂ ਚੱਲ ਜਾਓ ਬਾਹਰ। ਜ਼ਿਆਦਾਤਰ ਲੋਕ ਏਦਾਂ ਹੀ ਕਰ ਰਹੇ ਨੇ। ਕੋਈ ਨਹੀਂ ਪੰਗਾ ਲੈਂਦਾ ਕਾਰਨ ਸਰੀਰ ਨੂੰ, ਕਿਹੜਾ ਛੇੜੇ, ਕਿਹੜਾ ਭਗਤੀ ਕਰੇ, ਕਿਹੜਾ ਧਿਆਨ ਸਿਮਰਨ ਕਰੇ। ਕਿਉਂਕਿ ਕਾਰਨ ਸਰੀਰ ਨੂੰ ਐਡਜਸਟ ਕਰਨ ਦੇ ਲਈ ਤੁਹਾਨੂੰ ਨਿਰਵਿਚਾਰ ਸਮਾਧੀ 'ਚ ਜਾਣਾ ਪੈਣਾ। ਉਹ ਤਾਂ ਨਹੀਂ ਐਡਜਸਟ ਹੁੰਦਾ, ਉਹਨੂੰ ਬਦਲਿਆ ਨਹੀਂ ਜਾ ਸਕਦਾ। ਨਿਰਵਿਚਾਰ ਸਮਾਧੀ ਦਾ ਮਤਲਬ ਇਹੋ ਹੀ ਆ ਕਿ ਆਤਮਾ ਦੇ ਸਾਖਸ਼ਾਤ ਹੋਣਾ, ਆਤਮਾ ਦੇ ਸਾਹਮਣੇ ਖਲੋਣਾ। ਜਦੋਂ ਆਪਾਂ ਭਗਤੀ ਕਰਕੇ ਆਤਮਾ ਦੇ ਸਾਹਮਣੇ ਚਲੇ ਜਾਂਦੇ ਆ ਤੇ ਫਿਰ ਕਾਰਨ ਸਰੀਰ ਆਟੋਮੈਟਿਕਲੀ ਹੀ ਸ਼ਾਂਤ ਹੋ ਜਾਂਦਾ। ਕੁਝ ਕਰਨ ਦੀ ਲੋੜ ਨਹੀਂ, ਜ਼ਿਆਦਾ ਪੰਗਾ ਹੀ ਨਹੀਂ ਹੈਗਾ। ਬਿਲਕੁਲ ਸਿੰਪਲ ਥਿਊਰੀ ਹੈ। ਬਿਲਕੁਲ ਸਹੀ ਗੱਲ ਹੈ। ਜੇ ਤੁਸੀਂ ਏਦਾਂ ਤੁਸੀਂ ਕਾਰਨ ਸਰੀਰ ਨੂੰ ਛੇੜੋਗੇ ਨਾ, ਉਹ ਸਮਝ ਲਓ ਤੁਸੀਂ ਪਰਛਾਵੇਂ ਨੂੰ ਕੱਟ ਰਹੇ ਜੋ, ਉਹਨੂੰ ਵੱਢ ਰਹੇ ਜੋ, ਉਹਨੂੰ ਛੋਟਾ ਕਰ ਰਹੇ ਜੋ। ਪਰਛਾਵੇਂ ਨੂੰ ਕੀਤਾ ਤੇ ਮੂਲ ਜਿਹੜਾ ਮੇਨ ਆਬਜੈਕਟ ਆ, ਉਹ ਸਬਜੈਕਟ ਆ, ਉਹਨੇ ਥੋੜੀ ਬਦਲ ਜਾਣਾ। ਨਾ। ਬਿਲਕੁਲ, ਬਹੁਤ ਵਧੀਆ ਜੀ, ਬਹੁਤ ਵਧੀਆ ਗੱਲ ਹੈ। ਹਾਂ, ਔਰ ਅਕਸਰ ਬੰਦਾ ਕਹਿੰਦਾ, ਬੱਚਿਆਂ ਨੂੰ ਕਹਿੰਦਾ ਵੀ ਤੂੰ ਆਹ ਕਰ, ਤੂੰ ਉਹ ਕਰ, ਵੇ ਤੂੰ ਮਾੜੇ ਕੰਮ ਕਿਉਂ ਕਰਦਾ, ਵੇ ਪੁੱਤ ਤੂੰ ਚੋਰੀ ਕਿਉਂ ਕਰਦਾ, ਨਹੀਂ ਧੀਏ ਤੂੰ ਮਾੜਾ ਕੰਮ ਕਿਉਂ ਕਰਦੀ ਆ, ਤੂੰ ਏਦਾਂ ਕਰ। ਉਹ ਵਿਚਾਰਿਆਂ ਨੂੰ ਪਤਾ ਨਹੀਂ ਲੱਗਣ ਦਿਆ, ਕਿਉਂਕਿ ਪਿੱਛੇ ਉਹ ਜਿਹੜੀ ਸ਼ਕਤੀ ਬੈਠੀ ਆ, ਉਹ ਕਾਰਨ ਸਰੀਰ ਦੀ ਸ਼ਕਤੀ ਆ। ਉਹ ਬਹੁਤ ਪਾਵਰਫੁਲ ਆ। ਆਪਸ਼ਨ ਨਹੀਂ ਦੇਣਾ, ਜ਼ਿਆਦਾ ਆਪਸ਼ਨ ਨਹੀਂ ਦੇਣੇ ਤੁਹਾਨੂੰ, ਬਹੁਤ ਘੱਟ ਆਪਸ਼ਨ। ਅਗਰ ਕੋਈ ਕੀਤਾ ਜਾ ਸਕਦਾ ਹੈ ਤੇ ਇਹ ਜਿਹੜਾ ਬ੍ਰਹਮ ਗਿਆਨੀ ਨੇ ਖੋਜ ਕੀਤੀ ਹੈ, ਉੱਥੇ ਕੋਈ ਕੀਤਾ ਜਾ ਸਕਦਾ ਹੈ, ਉਹ ਹੈ ਧਿਆਨ ਸਿਮਰਨ। ਤੁਸੀਂ ਬੰਦਗੀ ਕਰੋ, ਫਿਰ ਤੁਹਾਡਾ ਕਾਰਨ ਸਰੀਰ ਆਟੋਮੈਟਿਕਲੀ ਹੀ ਬਦਲ ਜਾਵੇਗਾ। ਕਬੀਰ ਜੀ ਫਿਰ ਕਹਿ ਰਹੇ ਨੇ ਕਿ ਪਾਸੇ ਲਾਗੇ ਹਰ ਫਿਰੇ ਕਹਿ ਤੇ ਕਬੀਰ ਕਬੀਰ। ਇਹ ਬਾਣੀ ਕਿਹਨਾਂ ਦੀ ਹੈ? ਕਬੀਰ ਜੀ ਦੀ। ਆ ਨਾਮਦੇਵ ਜੀ ਦੀ। ਹਾਂ, ਨਹੀਂ ਇਹ ਤੇ ਨਾਮ ਜੀ ਦੀ ਜਿਹੜੀ ਪਾਛੇ ਲਾਗੇ ਹਰ ਫਿਰੇ ਕਬੀਰ। ਹਾਂ, ਉਹ ਤਾਂ ਕਬੀਰ ਜੀ ਖੁਦ ਹੀ ਹੈ, ਉਹਨਾਂ ਦੀ ਬਾਣੀ। ਹਾਂਜੀ। ਹਾਂ, ਫਿਰ ਉਹ ਕਹਿੰਦੇ ਨੇ ਕਿਉਂ ਹਰ ਲਾਗੇ ਪਿੱਛੇ, ਕਿਉਂਕਿ ਮੈਂ ਜਿਹੜਾ ਚੇਤੇ ਆ ਉਹਨੂੰ ਸ਼ਾਂਤ ਕਰ ਲਿਆ ਵਾ। ਹਾਂ, ਕਹਿੰਦੇ ਹੁਣ ਚਿੱਤ ਚ ਤਰੰਗ ਨਹੀਂ ਪੈਦਾ ਹੁੰਦੀ। ਹਾਂ, ਉਹ ਕਹਿੰਦੇ ਕਬੀਰ ਮਨ ਐਸੇ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ। ਮਨ ਨਿਰਮਲ ਪਿਆ, ਕਬੀਰ ਮਨ ਨਿਰਮਲ ਪਿਆ ਜੈਸੇ ਗੰਗਾ ਨੀਰ, ਪਾਛੇ ਲਾਗੋ ਹਰ ਫਿਰੈ ਕਹਿਤ ਕਬੀਰ। ਹਾਂ, ਇਹ ਹੁਣ ਆਪਾਂ ਚੀਜ਼ ਨੂੰ ਸਮਝ ਲਈਏ ਕਿ ਜੋ ਵੀ ਕਰਨਾ ਹੈ ਉਹ ਹਰ ਤੁਹਾਡੇ ਕੋਲ ਆਪਸ਼ਨ ਹੈਗਾ।
ਤੁਸੀਂ ਜਾਂ ਤੇ ਐਜ ਇਟ ਜਿੱਦਾਂ ਤੁਹਾਡਾ ਕੋਈ ਹੈਗਾ ਤੁਸੀਂ ਉਸੇ ਤਰ੍ਹਾਂ ਜੀਵਨ ਬਤੀਤ ਕਰੋ ਔਰ ਅੱਗੇ ਚੱਲ ਜਾਓ। ਪਰ ਦੂਜੇ ਗ੍ਰੰਥ ਕਹਿੰਦੇ ਆ ਕਿ ਤੂੰ ਐਡਜਸਟਮੈਂਟ ਕਰ, ਇਹਨੂੰ ਫਿਕਸ ਕਰ। ਬਿਲਕੁਲ। ਉਹ ਕਹਿੰਦੇ ਕਿ ਜਿਹੜਾ ਜੋ ਤੂੰ ਕਰਨਾ ਹੈ ਹੁਣ ਤੇ ਜੀਵਤ ਹੈਗਾ ਉਹ ਸਭ ਕੁਝ ਤੇਰੇ ਹੱਥ ਤੱਕ ਹੈ, ਉਹ ਤੂੰ ਇਹਨੂੰ ਐਡਜਸਟ ਕਰ ਸਕਦਾ ਹੈ। ਪਰ ਬੰਦਾ ਐਡਜਸਟ ਕਰਨ ਨੂੰ ਤਿਆਰ ਨਹੀਂ ਹੈ। ਤੁਸੀਂ ਕਹੋ ਨਾ ਕਿਸੇ ਨੂੰ ਕਿ ਆ ਜਾ ਤੈਨੂੰ ਆਤਮਾ ਦੇ ਦਰਸ਼ਨ ਕਰਾਉਣੇ, ਕਹਿੰਦਾ ਕਿਹੜੀ ਆਤਮਾ? ਤੁਸੀਂ ਕਹਿੰਦੇ ਆਓ ਤੁਹਾਨੂੰ ਔਗਣਾਂ ਦਾ ਤਿਆਗ ਕਰਾ ਦਈਏ, ਕਹਿੰਦੇ ਐਡੇ ਵਧੀਆ ਭੋਗ ਗਏ ਨੇ, ਤੂੰ ਕਹਿੰਦਾ ਮੈਨੂੰ ਤਿਆਗ ਕਰ ਦੇ। ਆ ਦੇਖ ਧਨ ਦੌਲਤ ਮੇਰੇ ਕੋਲ ਕਿੰਨਾ ਬੈਂਕਾਂ ਭਰੀਆਂ ਪਈਆਂ, ਔਰ ਤੂੰ ਕਹਿੰਦਾ ਛੱਡ ਦੇ, ਤੇਰੇ ਦਿਮਾਗ 'ਚ ਨੁਕਸ ਪਿਆ। ਇਸੇ ਚੀਜ਼ ਨੂੰ ਲੈਣ ਵਾਸਤੇ ਤੇ ਮੈਂ ਨੌਕਰੀ ਕੀਤੀ ਆ, ਹੁਣ ਮੈਂ ਨੌਕਰੀ 'ਚ ਮਿਲਿਆ, ਮੇਰੇ ਕੋਲ ਕਿੰਨੀ ਰਿਸ਼ਵਤ ਦੇ ਪੈਸੇ ਆ ਰਹੇ ਨੇ, ਇਕੱਠੇ ਕਰ ਰਹੇ ਆ। ਔਰ ਤੁਸੀਂ ਕਿਸੇ ਨੂੰ ਕਹੋ ਕਿ ਪਰਾਈ ਦੇਹ ਭੋਗਦਿਆ ਪਿਆ, ਤੂੰ ਛੱਡ ਦੇ ਇਹਨੂੰ, ਉਹ ਕਹਿੰਦਾ ਤੇਰਾ ਦਿਮਾਗ ਸਹੀ ਹੈ, ਤੂੰ ਮੈਨੂੰ ਕੀ ਕਹਿੰਦੇ ਆ ਨਿੱਜਰ ਸਾਹਿਬ? ਬਿਲਕੁਲ। ਬੰਦਾ ਉਹਦੇ ਲਈ ਤੇ ਉਹੀ ਚੰਗਾ ਲੱਗੂਗਾ ਨਾ, ਉਹਦਾ ਚੇਤੀ ਏਦਾਂ ਦਾ ਉਹਨੂੰ ਪ੍ਰੇਰਿਤ ਕਰ ਰਿਹਾ, ਉਹਨੂੰ ਉਹ ਤੇ ਦੁਨੀਆ ਦੀ ਨਹੀਂ ਪਰਵਾਹ ਕਰ ਰਿਹਾ ਬੰਦਾ, ਕਿਉਂਕਿ ਉਹਦੇ ਅੰਦਰੋਂ ਆਵਾਜ਼ ਆ ਰਹੀ ਹੈ ਵੀ ਇਹ ਤੂੰ ਜੋ ਕਰ ਰਿਹਾ ਬੜਾ ਵਧੀਆ ਕੰਮ ਹੈ। ਪਰ ਗ੍ਰੰਥ ਕਹਿੰਦੇ ਗਲਤ ਹੈ, ਤੇ ਰੌਲਾ ਪਾਉਂਦੇ। ਗ੍ਰੰਥਾਂ ਨੇ ਤੁਹਾਨੂੰ ਰੌਲਾ ਪਾਉਣਾ ਤੇ ਬਾਕੀ ਤੁਸੀਂ ਕਿਸੇ ਕੋ ਚਲੇ ਵੀ ਜਾਓਗੇ, ਉਹਨੇ ਵੀ ਕਿਹੜਾ ਕੋਈ ਕਹਿਣਾ ਵਾ ਤੁਹਾਨੂੰ, ਉਹਨੇ ਕਹਿਣਾ ਕੋਈ ਗੱਲ ਨਹੀਂ, ਤੂੰ ਸਾਡੇ ਕੋਲ ਨਾਮਦਾਨ ਲੈ ਜਾ ਤੇ ਜਾ, ਤੇਰਾ ਕੰਮ ਰੋਕ ਹੈ। ਵੀਰ ਜੀ ਤੈਨੂੰ ਕੁਛ ਕਰਨ ਦੀ ਲੋੜ ਵੀਰ ਜੀ, ਆਪਣੇ ਕਰਨ ਲਈ ਤਾਂ ਸਾਰੇ ਹੀ ਕਹਿ ਰਹੇ ਨੇ, ਨਾ ਕਰਨ ਲਈ ਕਰਨਾ ਬਹੁਤ ਔਖਾ ਵੀਰ ਜੀ। ਸਾਰਿਆਂ ਦੁਨੀਆ ਦੇ ਵਿੱਚ ਸਾਰਿਆਂ ਨੂੰ ਔਖਾ ਕੰਮ ਨਾ ਕਰਨਾ, ਕੁਛ ਵੀ ਨਾ ਕਰਨਾ। ਹਾਂਜੀ 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 ਬਿਲਕੁਲ ਠੀਕ ਹੈ। ਹਾਂਜੀ ਨਿੱਜਰ ਸਾਹਿਬ, ਹੁਣ ਆਪਾਂ ਇਹ ਚੀਜ਼ ਨੂੰ ਸਮਝੀਏ ਕਿ ਹੁਣ ਅਗਲੀ ਤੁਕ ਬੋਲੋ, ਹੁਣ ਬਾਣੀ ਆਪੇ ਦੱਸੇਗੀ ਸਾਨੂੰ ਕੀ ਕਰਨਾ ਜਾਂ ਕੀ ਨਹੀਂ ਕਰਨਾ। ਹਾਂਜੀ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਫਿਰੈ ਮਿਟਵੈ ਕਬ ਨਾਹੇ। ਕਹਿੰਦੇ ਪਾਪ ਕਮਾ ਰਿਹਾ ਇਨਸਾਨ ਤੇ ਉਹਦਾ ਅੱਗ ਦੇ ਵਿੱਚ ਘਰ ਹੈ, ਉਹਨੇ ਅੱਗ ਦੇ ਵਿੱਚ ਉਹਨੇ ਸੜ ਜਾਣਾ ਹੈ। ਉਹਦੀ ਮਨੁੱਖਾ ਸਰੀਰ ਜਿਹੜਾ ਹੈਗਾ, ਇਹ ਮਨੁੱਖੀ ਜੂਨ ਜਿਹੜੀ ਹੈਗੀ, ਇਹ ਸਾੜ ਰਿਹਾ, ਆਪ ਖੁਦ ਸਾੜ ਰਿਹਾ ਉਹ, ਕਿਉਂਕਿ ਉਹਨੇ ਘਰ ਅੱਗ ਦੇ ਵਿੱਚ ਪਾ ਲਿਆ ਹੈ। ਪਾਪੀ ਕਾ ਕਰ ਅਗਨੇ ਮਾਹੇ, ਕਾਮ ਅਗਨ ਕਹਿੰਦੇ ਆ, ਕਾਮ ਦੀ ਅਗਨੀ। ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹਿ ਮਿਟਵੈ ਕਬ ਨਾਹੇ। ਔਰ ਜਲਦਾ ਹੀ ਰਹਿੰਦਾ ਹੈ, ਮਿਟਦਾ ਕਦੀ ਵੀ ਨਹੀਂ ਹੈ। ਰਹਾਓ ਹਰ ਕੀ ਭਗਤ, ਇੰਨਾ ਕਰੋਗੇ ਗੁਰਕੀ ਸਾਹਿਬ? ਰਹਾਓ ਦੀ ਪੰਕਤੀ, ਪਾਪੀ ਕਾ ਕਰ ਅਗਨੇ ਮਾਹੇ, ਜਲਤ ਫਿਰੈ। ਹਾਂਜੀ ਨਿੱਜਰ ਸਾਹਿਬ ਕਰਦੇ। ਨਿੱਜਰ ਸਾਹਿਬ ਤੁਸੀਂ ਕਿਸੇ ਹੋਰ ਲੋਕੇਸ਼ਨ 'ਚ ਨਹੀਂ ਆ ਗਏ ਅੱਜ? ਹਾਂਜੀ ਮੈਂ ਹੋਰ ਲੋਕੇਸ਼ਨ 'ਚ ਆ ਗਿਆ ਜੀ। ਮੈਂ ਇੱਥੇ ਆਪਣੀ ਆਵਾਜ਼ ਆਉਂਦੀ ਬਾਥਰੂਮ। ਹਾਂਜੀ ਭਾਣਜੀ ਦੇ ਘਰ ਆਇਆ ਮੈਂ। ਮੈਂ ਨਾ এনवायरमेंट ਬੰਦੇ ਦਾ ਦੱਸਦਾ ਨਾ ਕਿ ਬੰਦਾ ਉਹ ਕਿੱਥੇ ਹੈਗੇ ਤੁਸੀਂ। ਠੀਕ ਹੈ ਜੀ। ਉੱਥੇ ਅੱਛਾ ਇੱਥੇ ਕਹਿੰਦੇ ਪਾਪੀ ਕਾ ਕਰ ਅਗਨੇ ਮਾਹੇ, ਜਲਤ ਰਹੇ ਮਿਟਵੈ ਕਬ ਨਾਹੇ। ਕਦੀ ਵੀ ਮਿਟਦਾ ਨਹੀਂ ਹੈ ਭਾਈ, ਸੜਦਾ ਰਹਿੰਦਾ ਹੈ। ਹੁਣ ਕਹਿੰਦੇ ਨੇ ਕਿ ਜਿਹੜਾ ਪਾਪੀ ਆ, ਪਾਪੀ ਦਾ ਮਤਲਬ ਜਿਹਦੀ ਜ਼ਿੰਦਗੀ 'ਚ ਧਰਮ ਨਹੀਂ ਹੈ, ਮੈਂ ਪਾਪੀ ਉਹਨੂੰ ਕਹਿੰਦਾ। ਇਹ ਨਹੀਂ ਕਿ ਕੋਈ ਜਿਹਦਾ ਗਲਾ ਵੱਢਣ ਵਾਲਾ ਬੰਦਾ ਪਾਪੀ ਹੁੰਦਾ ਹੈ। ਪਾਪੀ ਦਾ ਮਤਲਬ ਉਹ ਮਨੁੱਖ ਜਿਹੜਾ ਬੰਦਾ ਵਿਕਾਰਾਂ 'ਚ ਫਸਿਆ, ਕੋਈ ਵੀ ਔਗਣ 'ਚ ਜਿਹੜਾ ਬੰਦਾ ਫਸਿਆ ਹੈ, ਔਰ ਜਿਹਦੀ ਜ਼ਿੰਦਗੀ ਔਗਣ 'ਚ ਫਸੀ ਦਾ ਮਤਲਬ ਹੈ ਕਿ ਉਹ ਬੰਦੇ ਦੇ ਜੀਵਨ 'ਚ ਧਰਮ ਨਹੀਂ ਆ। ਜਿੰਨਾ ਚਿਰ ਤੱਕ ਬੰਦਾ ਧਾਰਮਿਕ ਨਹੀਂ ਹੁੰਦਾ, ਅੰਦਰੋਂ ਧਾਰਮਿਕ ਨਹੀਂ ਹੁੰਦਾ, ਉਹਨਾਂ ਚਿਰ ਤੱਕ ਬੰਦੇ ਦੇ ਜੀਵਨ 'ਚ ਔਗਣ ਨਹੀਂ ਨਸ਼ਟ ਹੁੰਦੇ। ਉਹ ਇੱਕ ਬਹੁਤ ਥੱਲੇ ਲੈਵਲ ਦਾ, ਇੱਕ ਜਾਨਵਰ ਲੈਵਲ ਦਾ ਜੀਵਨ ਬਤੀਤ ਕਰਦਾ ਹੈ। ਕਹਿੰਦੇ ਜਲਤ ਰਹੇ ਮਿਟਵੇ ਕਬ ਨਾਹੀ। ਉਹ ਕਹਿੰਦੇ ਕਿ ਉਹ ਬੰਦਾ ਇੱਕ ਐਸੀ ਅਗਨ ਦੇ ਵਿੱਚ ਬੈਠਾ ਹੈ, ਔਰ ਉਹਦਾ ਜੀਵਨ ਹੀ ਅਗਨ ਦੇ ਨਾਲ ਭਰਿਆ ਹੈ। ਉਹ ਜਿਸ ਅਗਨ ਦੇ ਵਿੱਚ ਬੈਠਾ ਹੈ, ਉਹ ਅਗਨ ਸ਼ਾਂਤ ਨਹੀਂ ਹੋਣੀ, ਨਾ ਹੀ ਬੁਝਣੀ। ਦੇਖੋ ਆਪ ਲੱਕੜ, ਅੱਗ ਦੇ ਵਿੱਚ ਲੱਕੜ ਪਾਓਗੇ ਤੇ ਅੱਗ ਘਟਣੀ ਨਹੀਂ, ਅੱਗ ਵਧਣੀ ਹੈ। ਇਸੇ ਹੀ ਤਰ੍ਹਾਂ ਜਦੋਂ ਆਪਾਂ ਔਗਣ ਕਰਦੇ ਹਾਂ, ਗਲਤ ਕੰਮ ਕਰਦੇ ਹਾਂ, ਉਹਦੇ ਨਾਲ ਜਿਹੜੀ ਹੈ ਨਾ ਭਾਂਬੜ ਅੰਦਰ ਵੱਧਦੇ ਨੇ, ਨਾ ਕਿ ਘਟਦੇ ਆ। ਇਹ ਨਹੀਂ ਕਿ ਤੁਸੀਂ ਕਿਸੇ ਵਿਸ਼ੇ ਨੂੰ ਭੋਗ ਕੇ ਸ਼ਾਂਤ ਹੋ ਜਾਓਗੇ। ਤੁਸੀਂ ਜਿੰਨਾ ਭੋਗੋਗੇ ਉਹਨਾਂ ਤੁਹਾਡੇ ਮਨ ਨੇ ਹੋਰ ਡਿਮਾਂਡ ਕਰਨੀ ਹੈ। ਤੁਸੀਂ ਦੇਖੋ ਇੱਕ ਬੰਦੇ ਕੋਲ ਕਰੋੜ ਰੁਪਇਆ ਆ ਗਿਆ, ਉਹ ਕਹਿੰਦਾ ਮੈਨੂੰ 2 ਕਰੋੜ ਚਾਹੀਦਾ ਵਾ। ਉਹ ਕੋਲ 2 ਕਰੋੜ ਆ ਗਿਆ, ਉਹ ਕਹਿੰਦਾ ਮੈਨੂੰ 4 ਚਾਹੀਦਾ। ਇਹ ਅਗਨ ਵੱਧਦੀ ਜਾਂਦੀ ਆ, ਬੰਦੇ ਦੀ ਤ੍ਰਿਪਤੀ ਨਹੀਂ ਹੈਗੀ। ਹਾਂਜੀ ਨਿੱਜਰ ਸਾਹਿਬ। ਹਾਂ,
ਔਰ ਇਹਦੇ ਨਾਲ ਕੀ ਹੁੰਦਾ ਦੇਖੋ, ਅੱਗ ਹੈਗੀ ਹੈ, ਇਸ ਕਰਕੇ ਆਪਣਾ ਜਿਹੜਾ ਹੈਗਾ ਉਧਰੋਂ ਉਮਰ ਜਿਹੜੀ ਹੈ ਫਿਕਸ ਹੈਗੀ ਆਪਣੀ, ਔਰ ਚਾਂਸ ਜਿਹੜਾ ਉਮਰ ਖਤਮ ਹੋ ਜਾਂਦੀ ਹੈ। ਬਸ ਆਪਾਂ ਚਾਂਸ ਗਿਆ ਆਪਣਾ, ਸਾੜ ਦਿੱਤਾ ਅੱਗ ਨੇ। ਰਹਾਓ ਹਰ ਕੀ ਭਗਤ ਨਾ ਦੇਖੇ ਜਾਏ। ਔਰ ਇਹ ਜਿਹੜਾ ਨਿਕਲਣ ਦਾ ਰਸਤਾ ਜਿਹੜਾ ਹੈਗਾ, ਪਰਮਾਤਮਾ ਦੀ ਭਗਤੀ ਜਿਹੜੀ ਹੈਗੀ, ਉਸ ਪਾਸੇ ਤਾਂ ਜਾਂਦਾ ਹੀ ਨਹੀਂ, ਉਸ ਗੱਲ ਨੂੰ ਲੈਂਦਾ ਹੀ ਨਹੀਂ, ਉਹਨੂੰ ਪੜ੍ਹਦਾ ਹੀ ਨਹੀਂ, ਸੋਚਦਾ ਹੀ ਨਹੀਂ ਹੈ, ਕਦੀ ਸਾਧ ਸੰਗਤ ਦੇ ਵਿੱਚ ਬੈਠਦਾ ਹੀ ਨਹੀਂ ਹੈ। ਹਰ ਕੀ ਭਗਤ ਨਾ ਦੇਖੇ ਜਾਏ, ਜਾਂਦਾ ਹੀ ਨਹੀਂ ਹੈ। ਮਾਰਗ ਛੋੜ ਅਮਾਰਗ ਪਾਏ। ਸਹੀ ਰਸਤਾ ਹੈਗਾ ਜਿਹੜਾ ਸਾਧ ਸੰਗਤ, ਉਹਨੂੰ ਛੱਡ ਕੇ ਅਮਾਰਗ ਗਲਤ ਰਸਤੇ ਤੇ ਜਾਂਦਾ ਹੈ। ਮੂਲੋਂ ਭੂਲਾ ਆਵੇ ਜਾਏ। ਮੂਲ ਤੋਂ ਭੁੱਲ ਗਿਆ ਪਾਏ, ਪਰਮਾਤਮਾ ਤੋਂ ਭੁੱਲ ਗਿਆ, ਆਤਮਾ ਤੋਂ ਭੁੱਲ ਗਿਆ, ਤੇ ਫਿਰ ਜਿਹੜਾ ਹੈਗਾ ਗਤੀ ਨਹੀਂ ਰੁਕਦੀ ਇਹਦੀ, ਜੂਨਾਂ ਦੇ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਅੰਮ੍ਰਿਤ ਡਾਰ ਲਾਦ ਬਿਖ ਖਾਏ। ਅੰਮ੍ਰਿਤ ਨੂੰ ਛੱਡ ਦਿੰਦਾ ਹੈ, ਅਮਰ ਹੋਣ ਜਿਹੜਾ ਇਸ ਤੋਂ ਨਿਕਲਣ ਦਾ ਰਸਤਾ ਉਹਨੂੰ ਬਲੌਕ ਕਰ ਦਿੰਦਾ ਹੈ। ਤੇ ਲਾਦ ਬਿਖ ਖਾਏ, ਕਹਿੰਦੇ ਬੜਾ ਜਿਹੜਾ ਹੈਗਾ ਲੱਦ ਕੇ ਜਿਹੜਾ ਹੈਗਾ ਪੂਰਾ ਜਿਹੜਾ ਹੈਗਾ ਇਹ ਜ਼ਹਿਰ ਜਿਹੜੀ ਹੈਗੀ, ਇਹ ਵਾਸਨਾ ਜਿਹੜੀ ਹੈਗੀ, ਇਹਨੂੰ ਚੰਗੀ ਤਰ੍ਹਾਂ ਖਾਂਦਾ ਹੈ। ਅੰਮ੍ਰਿਤ ਡਾਰ, ਅੰਮ੍ਰਿਤ ਨੂੰ ਜਿਹੜਾ ਹੈਗਾ ਡਾਰ ਮਤਲਬ ਬਲੌਕ ਕਰ ਦਿੰਦਾ ਹੈ। ਜਿਵੇਂ ਆਪਾਂ ਕਿਸੇ ਦਾ ਕੰਟੈਕਟ ਬਲੌਕ ਕਰ ਦਿੰਦੇ ਹਾਂ, ਉਵੇਂ ਜਿਹੜਾ ਹੈਗਾ ਉਹਨੂੰ ਬਲੌਕ ਕਰ ਦਿੰਦਾ ਹੈ। ਇਹ ਸਾਧ ਸੰਗਤ ਵਾਲੇ ਰਸਤੇ ਨੂੰ ਬਲੌਕ ਕਰ ਦਿੰਦਾ ਹੈ। ਹਰ ਕੀ ਭਗਤ ਨਾ ਦੇਖੇ ਜਾਏ, ਮਾਰਗ ਛੋੜਾ ਮਾਰਗ ਪਾਏ। ਮੂਲੋਂ ਭੂਲਾ ਆਵੇ ਜਾਏ, ਅੰਮ੍ਰਿਤ ਡਾਰ ਲਾਦ ਬਿਖ ਖਾਏ। ਬਸ ਇਹ ਜ਼ਹਿਰ ਬੜੀ ਸਵਾਦ ਦੇ ਨਾਲ ਖਾਂਦਾ ਹੈ ਭਾਈ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਸਾਧ ਸੰਗਤ ਜੀ, ਜਿੱਦਾਂ ਸੂਰ ਹੁੰਦਾ, ਅਸੀਂ ਕਹਿੰਦੇ ਆ ਕਿ ਇਹ ਵੀ ਕੀ ਗੰਦ ਖਾਂਦੇ ਆ, ਪਰ ਉਹਨੂੰ ਪੁੱਛੋ, ਉਹ ਕਹਿੰਦਾ ਬਹੁਤ ਵਧੀਆ, ਕਿਉਂਕਿ ਉਹਦੀ ਜਿਹੜੀ ਇੰਦਰੀਆਂ, ਉਹਦਾ ਭੋਗ ਉਹ ਆ, ਉਹਨੂੰ ਚੰਗਾ ਲੱਗਦਾ ਹੈ ਗੰਦਮੰਦ, ਸਾਨੂੰ ਨਹੀਂ ਚੰਗਾ ਲੱਗਦਾ। ਇਸੇ ਤਰੀਕੇ ਤੇ ਕਿ ਹਰ ਕੀ ਭਗਤ ਨਾ ਦੇਖੇ ਜਾਏ, ਉਹ ਪ੍ਰਮਾਤਮਾ ਦੀ ਭਗਤੀ ਕਰਦਾ ਹੀ ਨਹੀਂ, ਨਾ ਉਹਦੇ ਮਨ ਚ ਵਿਚਾਰ ਆਉਂਦਾ। ਉਹਨੂੰ ਤੇ ਉਹ ਚੀਜ਼ ਚੰਗੀ ਲੱਗਦੀ ਆ ਜਿਹੜੀ ਉਹਦੇ ਚਿੱਤ ਦੇ ਅੰਦਰ ਪ੍ਰਗਟ ਹੈ। ਉਹ ਭੋਗ ਨੇ, ਵਿਸ਼ੇ ਨੇ, ਜਿੱਦਾਂ ਚੁੰਬਕ ਲੋਹੇ ਨੂੰ ਖਿੱਚਦੀ ਹੈ ਨਾ, ਤੇ ਲਾਗੇ ਪਿੱਤਲ ਰੱਖ ਦੋ, ਜਾਂ ਤਾਂਬਾ ਰੱਖ ਦੋ, ਜਾਂ ਸਟੀਲ ਰੱਖ ਦੋ, ਉਹ ਨਹੀਂ ਅਟਰੈਕਟ ਹੁੰਦਾ, ਜਿਵੇਂ ਲੋਹਾ ਅਟਰੈਕਟ ਹੁੰਦਾ, ਕਿਉਂਕਿ ਅੰਦਰ ਉਹਦੇ ਚੁੰਬਕ ਹੈਗੀ, ਉਹਨੂੰ ਖਿੱਚਦੀ ਹੈ। ਇਸ ਕਰਕੇ ਉਹ ਭਗਤੀ ਨੂੰ ਚੰਗੀ ਨਹੀਂ ਲੱਗਦੀ, ਬਿਲਕੁਲ ਪਿੱਤਲ ਵਾਂਗੂ, ਤਾਂਬੇ ਨੂੰ ਦੂਰ ਰਿਜੈਕਟ ਕਰ ਦਿੰਦਾ ਹੈ। ਮਾਰਗ ਛੋੜ ਅਮਾਰਗ ਪਾਏ, ਮਾਰਗ ਛੱਡ ਦਿੰਦਾ ਹੈ, ਸਹੀ ਮਾਰਗ। ਜਿੱਦਾਂ ਸਹੀ ਮਾਰਗ ਤੇ ਚੱਲੇ ਤੇ ਬੰਦਾ ਤਰੱਕੀ ਕਰਦਾ ਹੈ ਨਾ, ਤਾਂ ਗਲਤ ਮਾਰਗ ਤੇ ਚੱਲੇ ਬੰਦੇ ਦਾ ਜੀਵਨ ਡਾਊਨਫਾਲ ਹੋ ਜਾਂਦਾ। ਉਸੇ ਤਰ੍ਹਾਂ ਕਹਿੰਦੇ ਨੇ ਕਿ ਉਹ ਕਹਿ ਰਹੇ ਨੇ, ਉਹ ਅਸਲੀ ਮਾਰਗ ਛੱਡ ਦਿੰਦਾ ਹੈ। ਧਾਰਮਿਕ ਜੀਵਨ ਦਾ ਜਿਹੜਾ ਰਸਤਾ ਉਹਨੂੰ ਛੱਡ ਕੇ ਉਹ ਕੀ ਕਰਦਾ ਹੈ ਕਿ ਭੋਗਾਂ ਦੇ ਚੱਲ ਜਾਂਦਾ, ਵਿਸ਼ੇ ਵਿਕਾਰਾਂ ਚ ਆਪਣਾ ਜੀਵਨ ਬਤੀਤ ਕਰਦਾ। ਮਾਰਗ ਦਾ ਮਤਲਬ, ਛੱਡਣ ਦਾ ਮਤਲਬ ਇਹੋ ਹੀ ਹੈ ਕਿ ਧਰਮ ਦਾ ਤਿਆਗ ਕਰ ਦਿੰਦਾ ਹੈ, ਅਧਰਮੀ ਹੋ ਜਾਂਦਾ ਹੈ, ਧਰਮ ਤੋਂ ਰਹਿਤ ਜੀਵਨ ਬਤੀਤ ਕਰਦਾ ਹੈ। ਉਹਦੀ ਜੀਵਨ ਦੇ ਵਿੱਚ ਉਹਨੂੰ ਨਹੀਂ ਪਤਾ ਕੀ ਸਹੀ ਕੀ ਗਲਤ ਆ, ਉਹਦੀ ਬੁੱਧੀ ਹਜੇ ਇਹ ਚੀਜ਼ ਦੇ ਵਿੱਚ ਉਹ ਜਿਹੜਾ ਡਿਫਰੈਂਸ ਆ ਉਹਦੇ ਬਾਰੇ ਨਹੀਂ ਦੱਸ ਸਕਦੀ, ਕਿਉਂਕਿ ਉਹਦੇ ਲਈ ਉਹ ਜੋ ਵਹਿੰਦਾ ਪਿਆ ਉਹਨੂੰ ਉਹ ਲੱਗਦਾ ਕਿ ਮੈਂ ਬਿਲਕੁਲ ਸਹੀ ਹਾਂ, ਔਰ ਮੈਂ ਇਹਨਾਂ ਚੀਜ਼ਾਂ ਨੂੰ ਕਰਨ ਵਾਸਤੇ ਹੀ ਪੈਦਾ ਹੋਇਆ ਹਾਂ, ਔਰ ਵੱਧ ਤੋਂ ਵੱਧ ਕਰਦਾ, ਉਹ ਨਹੀਂ ਪਰਵਾਹ ਕਰਦਾ। ਕਿਤੇ ਫਿਰ ਮੂਲੋ ਭੁੱਲਾ ਆਵੇ ਜਾਵੇ। ਤੇ ਜਿਹੜੇ ਮਨੁੱਖ ਦੇ ਜੀਵਨ ਚ ਧਰਮ ਨਹੀਂ ਆ, ਉਹ ਫਿਰ ਇੱਥੇ ਬਾਰ-ਬਾਰ ਜੰਮਦਾ ਮਰਦਾ ਇਸ ਲਈ ਆ ਕਿਉਂਕਿ ਜੰਮਣਾ। ਇਸੇ ਤਰ੍ਹਾਂ ਮਰਨ ਜੰਮਣ ਦੇ ਗੇੜ ਚ ਉਹ ਘੁੰਮਦਾ ਰਹਿੰਦਾ। ਕਿਉਂ ਘੁੰਮਦਾ? ਕਿਉਂਕਿ ਉਸਨੇ ਮਾਰਗ ਨੂੰ ਛੱਡਤਾ, ਅਮਾਰਗ ਦਾ ਰਸਤਾ ਫੜ ਲਿਆ, ਸਹੀ ਚੀਜ਼ ਦਾ ਤਿਆਗ ਕਰਤਾ, ਗਲਤ ਚੀਜ਼ ਦੇ ਨਾਲ ਸੰਬੰਧ ਸਥਾਪਿਤ ਕਰ ਲਿਆ। ਹੁਣ ਦੇਖੋ, ਕਹਿੰਦਾ ਘਰ ਕੀ ਨਾਰ ਛੱਡ ਕੇ ਉਹ ਬਾਹਰ ਧੱਕੇ ਖਾਂਦਾ ਫਿਰਦਾ, ਚਾਹੇ ਬੰਦਾ ਜਾਂ ਔਰਤ। ਇਹ ਜਿਹੜੇ ਔਗਣ ਨੇ ਬੰਦੇ ਨੂੰ ਡੋਬ ਦਿੰਦੇ ਨੇ। ਉਸ ਤੋਂ ਬਾਅਦ ਜਿਹੜੇ ਮਨੁੱਖ ਦੇ ਧਰਮ ਨਹੀਂ ਹੈ ਜੀਵਨ ਚ, ਜਿਹਨੇ ਹਰੀ ਨੂੰ ਛੱਡਤਾ, ਰੱਬ ਨੂੰ ਛੱਡਤਾ ਤੇ ਮਾਇਆ ਦੇ ਬਗੈਰ ਭੱਜਾ ਫਿਰੇਗਾ, ਉਹ ਬੰਦਾ ਸੁਖੀ ਨਹੀਂ ਹੋਊਗਾ। ਉਹਦਾ ਜੀਵਨ ਅੱਗ ਦੇ ਵਿੱਚ ਜਿੱਦਾਂ ਬੰਦਾ ਕੋਈ ਬੈਠਾ ਹੈ ਨਾ, ਉਸੇ ਹੀ ਤਰ੍ਹਾਂ ਦਾ ਜੀਵਨ ਹੈ। ਭੋਗਾਂ ਦੇ ਵਿੱਚ ਬੰਦਾ ਦਾ ਜੀਵਨ ਵਧੀਆ ਜੀਵਨ ਨਹੀਂ ਹੁੰਦਾ, ਕਿਉਂਕਿ ਨੇ ਆਤਮਾ ਦਾ ਤਿਆਗ ਕਰ ਦਿੱਤਾ ਹੈ। ਫਿਰ ਕਹਿੰਦੇ ਅਗਲੇ ਬੰਨੇ ਤੁਕ ਵੇਖੋ ਅੰਮ੍ਰਿਤ ਡਾਲ ਲਾਦ ਬਿਖ ਖਾਏ। ਅੰਮ੍ਰਿਤ ਦਾ ਛੱਡ ਦਿੰਦਾ ਹੈ, ਅੰਮ੍ਰਿਤ ਨੂੰ ਪੀਂਦਾ ਹੀ ਨਹੀਂ। ਉਹ ਕਹਿੰਦਾ ਉਹਨੂੰ ਬਿਖ ਚੰਗੀ ਲੱਗਦੀ ਹੈ, ਸੂਰ ਦੇ ਵਾਂਗੂ। ਸੂਰ ਨੂੰ ਤਾਂ ਬਰਫੀ ਖਾਂਦਾ ਹੈ, ਉਹ ਕਹਿੰਦਾ ਮੈਨੂੰ ਗੰਦ ਚੰਗਾ ਲੱਗਦਾ। ਇਹ ਬਾਣੀ ਕਹਿੰਦੀ
ਇਹ ਜਿਹੜਾ ਮਨੁੱਖ ਹੈ ਇਹ ਧਰਮ ਦਾ ਤਿਆਗ ਕਰ ਦਿੰਦਾ ਹੈ, ਵਿਖ ਖਾਂਦਾ ਹੈ ਮਾੜੀ ਚੀਜ਼। ਪਤਾ ਵੀ ਹੈ ਇਹਨੂੰ, ਬਾਣੀ ਫੇਰ ਕਹਿੰਦੀ ਜੰਨਤ ਵੀ ਔਗਣ ਕਰੇ। ਪਤਾ ਵੀ ਹੈ ਕਿ ਇਹ ਚੀਜ਼ ਮੇਰੀ ਨਹੀਂ ਆ, ਜਾਂ ਇਹ ਜੋ ਮੈਂ ਕਰ ਰਿਹਾ ਗਲਤ ਆ, ਪਰ ਫਿਰ ਵੀ ਬੰਦਾ ਕਰਦਾ ਹੈ। ਬੰਦਾ ਆਪੋ ਗਾਂਦੇ ਤ੍ਰਿਪਤੀ ਕਰਨ ਦੇ ਲਈ ਬੜੇ ਉਲਟੇ ਪੁਲਟੇ ਕੰਮ ਕਰ ਸਕਦਾ, ਬਹੁਤ ਨੀਚ ਕੰਮ ਕਰ ਸਕਦਾ। ਹਾਂਜੀ ਨਜਰ ਸਾਹਿਬ ਅਭੀ ਤੋਂ ਬੋਲੋ। ਜਿਉਂ ਬੇਸਵਾ ਕੇ ਭਰੈ ਅਖਾਰਾ, ਕਾਪਰ ਪਹਿਰ ਕਰੇ ਸਿੰਗਾਰਾ। ਜਿਵੇਂ ਬੇਸਵਾ ਦੇ ਜਿਹੜੇ ਹੈਗੇ ਅਖਾੜਾ ਪੈਂਦਾ ਹੈ, ਸਾਰੇ ਜਿਹੜੇ ਹੈਗੇ ਜਾਂਦੇ ਆ ਤੇ ਉਹ ਨਾਚ ਕਰਦੀ ਆ, ਸੋਹਣੇ ਕੱਪੜੇ ਪਾਉਂਦੀ ਆ, ਸ਼ਿੰਗਾਰ ਕਰਦੀ ਆ, ਪੂਰੇ ਤਾਲ ਨਿਹਾਲੇ ਸਾਸ, ਔਰ ਜਿਹੜਾ ਹੈਗਾ ਨਾਚ ਕਰਦੀ ਆ ਪੂਰੇ ਤਾਲ ਦੇ ਉੱਤੇ, ਪੂਰੀ ਤਰ੍ਹਾਂ ਜਿਹੜਾ ਹੈਗਾ ਆਪਣੇ ਸਾਹ ਜਿਹੜੇ ਹੈਗੇ ਬਰਾਬਰ ਜਿਹੜੇ ਤਾਲ ਦੇ ਨਾਲ ਹੁੰਦੇ ਉਹਦੇ। ਵਾਕੇ ਗਲੇ ਜਮ ਕਿਆ ਹੈ ਫਾਸ, ਪਰ ਉਹਦੇ ਗਲੇ ਦੇ ਵਿੱਚ ਜਿਹੜੀ ਹੈ ਜਮ ਦੀ ਫਾਹੀ ਹੈਗੀ ਹੈ ਭਾਈ। ਉਹ ਗਲੇ ਦੇ ਵਿੱਚ ਜਮ ਦੀ ਫਾਹੀ ਹੈ, ਉਹਨੇ ਸੰਸਾਰ ਦੇ ਵਿੱਚ ਜਿਹੜੀ ਹੈਗੀ ਉਹਦੀ ਗਤੀ ਨਹੀਂ ਰੁਕਣ ਵਾਲੀ। ਐਸੇ ਤਰੀਕੇ ਦੇ ਨਾਲ ਜਿਹੜਾ ਹੈਗਾ ਇਨਸਾਨ ਜਿਹੜਾ ਹੈਗਾ ਇਹ ਪਰ ਇਸਤਰੀ ਗਮਨ ਜਾਂ ਪਰ ਪੁਰਸ਼ ਗਮਨ ਜਿਹੜਾ ਹੈਗਾ ਇਹਦੇ ਨਾਲ ਜਿਹੜਾ ਹੈਗਾ ਇਹ ਸੰਸਾਰ ਜੋ ਮਾਲਕ ਨੇ ਖੇਡ ਪਾਈ ਹੈ ਇਹਦੇ ਚੋਂ ਬਾਹਰ ਨਹੀਂ ਨਿਕਲ ਸਕਦਾ। ਹਾਂਜੀ ਗੁਰੂ ਸਾਹਿਬ। ਹਾਂਜੀ ਠੀਕ ਹੈ ਜੀ। ਉਹ ਕਹਿੰਦੇ ਨੇ ਕਿ ਜਿਹਦਾ ਇੱਕ ਵੇਸ਼ਵਾ ਹੈ ਉਹ ਕੀ ਕਰਦੀ ਆ, ਸ਼ਿੰਗਾਰ ਕਰਦੀ ਆ, ਤੇ ਉਹ ਚਲੋ ਆਪਾਂ ਆਪਣੇ ਆਪ ਨੂੰ ਸਮਝੀਏ ਕਿ ਉਹ ਬੰਦਾ ਜਿਹੜਾ ਹੈ ਆਪਣੇ ਮਾਰਗ ਤੋਂ ਭਟਕ ਜਾਂਦਾ ਹੈ ਔਰ ਇੱਥੇ ਰਸਾਂ ਕਸਾਂ ਦੇ ਵਿੱਚ ਆਪਣਾ ਜੀਵਨ ਬਤੀਤ ਕਰਦਾ ਹੈ, ਪਰ ਉਹ ਪਰਵਾਹ ਨਹੀਂ ਕਰਦਾ ਕਿ ਜਿਹੜਾ ਤੇਰਾ ਜੀਵਨ ਹੈ ਬੜਾ ਕੀਮਤੀ ਹੈ, ਤੇ ਤੂੰ ਇਹਨੂੰ ਇਹਨਾਂ ਰੰਗਾਂ ਤਮਾਸ਼ਿਆਂ 'ਚ ਜੇ ਕੋਈ ਵੇਸਟ ਕਰ ਰਿਹਾ ਤੇ ਕੋਈ ਚੰਗੀ ਚੀਜ਼ ਨਹੀਂ ਆ, ਕਿਉਂਕਿ ਇਹ ਜਿਹੜਾ ਜੰਮ ਆ, ਜੰਮ ਨੇ ਤੈਨੂੰ ਇੱਕ ਦਿਨ ਫੜ ਲੈਣਾ। ਸਮਾਂ ਤੇਰੇ ਕੋਲ ਲਿਮਟਿਡ ਹੈ, ਪਰ ਤੂੰ ਸੋਚਦਾ ਅਨਲਿਮਟਿਡ ਹੈ, ਪਰ ਇਹ ਜਿਹੜਾ ਸਮਾਂ ਹੈ ਹੌਲੀ ਹੌਲੀ ਕਰਕੇ ਤੇਰੇ ਉੱਪਰ ਨਿਕਲ ਰਿਹਾ। ਇਸ ਤੋਂ ਪਹਿਲਾਂ ਕਿ ਤੈਨੂੰ ਸੰਸਾਰ ਤੋਂ ਜਾਣਾ ਪਵੇ ਤੈਨੂੰ ਕੁਛ ਕਰ ਲੈਣਾ ਚਾਹੀਦਾ। ਉਹ ਕੰਮ ਕਾਫੀ ਵੱਡਾ ਹੈ, ਉੱਥੇ ਟਾਈਮ ਵੀ ਲੱਗਦਾ ਹੈ। ਐ ਨਹੀਂ ਕਿ ਤੂੰ ਹੁਣੇ ਮੂੰਹ ਚੁੱਕ ਕੇ ਤੁਰ ਪਏਗਾ ਤੇ ਕੰਮ ਤੇਰਾ ਬਣ ਜਾਊਗਾ। ਹੋ ਜੇ ਕੰਮ ਤੇ ਤੇਰਾ 2 ਸਾਲ 'ਚ ਹੋ ਜੇ, ਹੋਵੇ ਨਾ ਹੋਵੇ ਤੇ ਉਹ ਲਈ ਕਈ ਸਾਲ ਕੀ 100 ਕੀ ਕਰੋੜ ਸਾਲ ਵੀ ਲੱਗ ਸਕਦੇ। ਇਹ ਨਿੱਜਰ ਸਾਹਿਬ ਇਹ ਸੱਚ ਹੈਗਾ ਜੀ। ਬਿਲਕੁਲ ਠੀਕ ਹੈ ਗੁਰਕੀ ਸਾਹਿਬ। ਇੱਕ ਚੀਜ਼ ਮੈਂ ਹੋਰ ਜਿਹੜੀ ਹੈ ਵਿਚਾਰ ਕਰ ਰਿਹਾ ਆ ਕਿ ਇਨਸਾਨ ਜਿਹੜਾ ਹੈਗਾ ਭਾਵੇਂ ਆਦਮੀ ਆ ਭਾਵੇਂ ਔਰਤ ਹੈਗੀ ਆ, ਉਹ ਜਿਹੜਾ ਹੈਗਾ ਆਪਣੇ ਆਪ ਨੂੰ ਆਪਣੇ ਰੂਪ ਨੂੰ ਸਿੰਗਾਰ ਕਰਦੇ ਆ। ਬੰਦਾ ਵੀ ਦੇਖ ਲਓ ਅੱਜ ਕੱਲ੍ਹ, ਬੰਦੇ ਦੇਖ ਲਓ ਅੱਜ ਕੱਲ੍ਹ ਕੀ ਹਮੇਸ਼ਾ ਹੀ, ਔਰ ਔਰਤਾਂ ਵੀ ਦੇਖ ਲਓ ਪੂਰਾ ਦਾ ਪੂਰਾ ਸ਼ਿੰਗਾਰ ਕਰਦੀਆਂ। ਉਹਦੇ ਪਿੱਛੇ ਜਿਹੜੀ ਹੈਗੀ ਇਹ ਕਾਮ ਦੀ ਭਾਵਨਾ ਹੀ ਹੁੰਦੀ ਹੈ। ਹਾਂਜੀ ਵੀਰ ਜੀ। ਜਿਹੜਾ ਤੁਸੀਂ ਬਿਲਕੁਲ ਪੁਆਇੰਟ ਦੀ ਗੱਲ ਕਰ ਗਏ ਕਿ ਅਸਲ ਦੇ ਵਿੱਚ ਜਿਹੜਾ ਬੰਦਾ ਸ਼ਿੰਗਾਰ ਕਰਦਾ ਉਹ ਕਿਉਂ ਕਰਦਾ ਹੈ, ਉਹਦੇ ਪਿੱਛੇ ਕੀ ਹੈ? ਉਹਦੇ ਪਿੱਛੇ ਇਹੋ ਹੀ ਆ ਕਿ ਅਟਰੈਕਸ਼ਨ। ਹਾਂ, ਉਹ ਚਾਹੁੰਦਾ ਹੈ ਕਿ ਲੋਕ ਮੈਨੂੰ ਵੇਖਣ, ਮੇਰੇ ਤੋਂ ਪ੍ਰਭਾਵਿਤ ਹੋਣ, ਮੇਰੇ ਕੱਪੜਿਆਂ ਤੋਂ। ਇਹ ਬੰਦਾ ਅਸਲ 'ਚ ਅਟਰੈਕਸ਼ਨ ਹੀ ਗ੍ਰੈਬ ਕਰਨਾ ਚਾਹੁੰਦਾ, ਦੂਜੀ ਨੂੰ ਨੋਟਿਸ ਕਰਾਉਣਾ ਚਾਹੁੰਦਾ। ਔਰ ਇਹਦੇ ਵਿੱਚ ਇੱਕ ਨਹੀਂ ਬਹੁਤ ਸਾਰੀ ਦੁਨੀਆ ਲੱਗੀ ਹੋਈ ਹੈ। ਇਸੇ ਤਰ੍ਹਾਂ ਉਹ ਜੀਵਨ ਬਤੀਤ ਕਰਦੇ ਆ। ਆਪ ਦੇਖੋਗੇ ਨਾ, ਉਹ ਬਹੁਤ ਕੋਸ਼ਿਸ਼ ਕਰਦਾ ਹੈ ਬੰਦਾ ਕਿਸੇ ਤਰੀਕੇ ਨਾਲ ਦੂਜੇ ਨੂੰ ਪ੍ਰਭਾਵਿਤ ਕੀਤਾ ਜਾਵੇ, ਜਿੱਦਾਂ ਵੇਸਵਾ ਕਰਨ ਦੀ ਹੈ ਨਾ। ਬਿਲਕੁਲ ਆਪਣੇ ਆਪਾਂ ਹੀ ਹੈਗੇ ਆ ਗੋਰਖੀ ਸਾਹਿਬ, ਆਪਾਂ ਹੀ ਹੈਗੇ ਆ ਬਿਲਕੁਲ। ਜਿਹੜਾ ਆਪਣੇ ਤੋਂ ਉੱਤੇ ਢੁਕਾਈ ਹੈ ਤੇ ਵਧੀਆ ਬਿਲਕੁਲ ਢੁਕ ਜਾਏਗਾ। ਮੈਂ ਤਾਂ ਦੇਖ ਲਿਆ ਕਰਕੇ ਸੋਚ ਕੇ। ਹਾਂ ਹਾਂ, ਜਿਹੜੀ ਵੇਸ਼ਵਾ ਦੀ ਗੱਲ ਕੀਤੀ ਉਹ ਗੱਲ ਤਾਂ ਸਾਡੀ ਕੀਤੀ ਹੈ। ਜਿੱਦਾਂ ਇੱਕ ਵੇਸ਼ਵਾ ਉਹ ਹਾਰ ਸ਼ਿਕਾਰ ਕਰਦੀ ਆ, ਉਹ ਕਿਉਂ ਕਰਦੀ ਹੈ? ਕਿਉਂਕਿ ਉਹਨੂੰ ਅਟੈਂਸ਼ਨ ਚਾਹੀਦੀ ਹੈ, ਔਰ ਆਪਾਂ ਵੀ ਉਸੇ ਚੀਜ਼ 'ਚ ਲੱਗੇ ਹੋਏ ਹਾਂ। ਹਾਂਜੀ ਨਜਰ ਸਾਹਿਬ ਅੱਗੇ ਚਲੀ। ਔਰ ਇਹ ਜਿਹੜਾ ਨਾ ਪੋਜ਼ਿਟਿਵ ਨੈਗੇਟਿਵ ਜਿਹੜਾ ਹੈਗਾ ਇਹ ਆਪੋਜ਼ਿਟ ਸੈਕਸ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਆਹੀ ਤਾਂ ਗੇਮ ਪਾਈ ਹੋਈ ਆ, ਆਹੀ ਤਾਂ ਗੇਮ ਹੈ। ਇਹ ਮਾਲਕ ਪਰਮਾਤਮਾ ਵੱਲੋਂ ਇਹੀ ਗੇਮ ਹੈਗੀ ਆ, ਇਸੇ ਨੂੰ ਆਪਾਂ ਨੇ ਜਿੱਤਣਾ ਹੈਗਾ, ਆਹੀ ਖੇਡ ਹੈਗੀ। ਜਾ ਕੇ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ। ਬਸ ਜਿਹਦੇ ਮੱਥੇ ਤੇ ਕਹਿੰਦੇ ਆ ਪਿਛਲੇ ਕੁਝ ਸੰਸਕਾਰ ਹੈਗੇ ਨਹੀਂ ਲਿਖੇ ਹੈਗੇ ਭਾਈ, ਤੇ ਆਪਾਂ ਨੇ ਲਿਖਣੇ ਤਾਂ ਆਪਾਂ ਨਹੀਂ ਆ, ਆਪਾਂ ਨੇ ਹੀ ਸ਼ਿਫਟ ਹੋਣਾ ਹੈ ਵੀ ਮਾਲਕ ਨੂੰ ਜਿਹੜਾ ਹੈਗਾ ਆਪਾਂ ਨੇ ਜਿਹੜਾ ਹੈਗਾ, ਆਪਾਂ ਤਾਂ ਗੋਟੀਆਂ ਹੈਗੀਆਂ। ਮਾਲਕ ਨੂੰ ਆਪਾਂ ਨੇ ਇਹੀ ਜਿਹੜੀ ਹੈ ਡਿਮਾਂਡ ਕਰਨੀ ਹੈ ਵੀ ਮੈਂ ਤਾਂ ਹੁਣ ਰਸਤਾ ਚੇਂਜ ਕਰਨਾ ਚਾਹੁੰਦਾ ਹੈ, ਮੈਂ ਇਸ ਰਸਤੇ ਤੇ ਨਹੀਂ ਚਾਹੁੰਦਾ ਭਾਈ, ਮੈਂ ਤਾਂ ਜਿਹੜਾ ਹੈਗਾ ਮੈਂ ਆਤਮਾ ਵੱਲ ਨੂੰ ਯਾਤਰਾ ਕਰਨਾ ਚਾਹੁੰਦਾ ਹੈ। ਮੈਂ ਇਹ ਜਿਹੜਾ ਹੈਗਾ ਇਹ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ
ਮੈਂ ਨਹੀਂ ਜਿਹੜਾ ਹੈਗਾ ਆਪਣਾ ਜੀਵਨ ਬਰਬਾਦ ਹੋਣ ਦੇਣਾ। ਜਾ ਕੇ ਮਸਤਕ ਲਿਖਿਓ ਕਰਮਾ, ਨਹੀਂ ਲਿਖੇ ਤੇ ਹੁਣ ਲਿਖ ਲਈਏ, ਹੁਣ ਸ਼ਿਫਟ ਹੋ ਜਾਈਏ, ਹੁਣ ਡਿਮਾਂਡ ਕਰ ਦਈਏ ਆਪਾਂ ਜਾ ਕੇ। ਇਸੇ ਵਾਸਤੇ ਤਾਂ ਆਪਾਂ ਆਏ ਆ, ਇਸੇ ਵਾਸਤੇ ਤਾਂ ਮਨੁੱਖਾ ਸਰੀਰ ਮਿਲਿਆ ਆਪਾਂ ਨੂੰ, ਬਈ ਆਪਾਂ ਜਿਹੜੇ ਹੈਗੇ ਹੁਣ ਜਿਹੜੇ ਹੈਗੇ ਡਿਮਾਂਡ ਕਰ ਲਈਏ ਭਾਈ। ਜਾ ਕੇ ਮਸਤਕ ਲਿਖਿਓ ਕਰਮਾ, ਸੋ ਭਜ ਪਰ ਹੈ ਗੁਰ ਕੀ ਸਰਨਾ। ਕਹਿੰਦੇ ਉਹ ਕੀ ਕਰੂਗਾ, ਉਹ ਜਿਹੜਾ ਹੈਗਾ ਸਹੀ ਰਸਤਾ ਲੱਭੂਗਾ ਭਾਈ, ਸਹੀ ਗਾਈਡ, ਸਹੀ ਜਿਹੜੇ ਹੈਗੇ ਜਿਹੜੇ ਸਹੀ ਰਸਤਾ ਦਿਖਾ ਸਕਦੇ ਆ, ਜਿਹੜੇ ਆ ਰੁਕਾਵਟ ਜਿਹਨੂੰ ਪਤਾ ਲੱਗ ਗਿਆ ਵੀ ਮੇਰੇ ਅੰਦਰ ਤਾਂ ਆ ਜਿਹੜੀ ਹੈਗੀ ਆ, ਮੈਂ ਜਿਹੜਾ ਹੈਗਾ ਆ ਮੇਰੇ ਅੰਦਰ ਜਿਹੜਾ ਹੈਗਾ ਗੇਮ ਚੇਂਜਿੰਗ ਤਾਂ ਆ ਪੁਆਇੰਟ ਹੈਗਾ ਮੇਰਾ। ਉਹਨੇ ਫਿਰ ਜਿਹੜਾ ਹੈਗਾ ਇਸ ਚੋਂ ਨਿਕਲਣ ਦੇ ਵਾਸਤੇ ਜਿਹੜਾ ਹੈਗਾ ਹੀਲਾ ਉਪਰਾਲਾ ਕਰਨਾ ਹੈ, ਉਹਨਾਂ ਦੇ ਕੋਲ ਜਾਣਾ ਹੈ ਜਿਹੜੇ ਇਸ ਚੋਂ ਜਿਹੜੇ ਨਿਕਲੇ ਹੋਏ ਆ, ਉਹਨਾਂ ਦਾ ਗਿਆਨ ਲਊਗਾ। ਸੋ ਭਜ ਪਰ ਹੈ ਗੁਰ ਕੀ ਸਰਨਾ, ਕਹਿਤ ਨਾਮ ਦਿਓ ਇਹੋ ਵਿਚਾਰ, ਇਨ ਬਿਦ ਸੰਤੋ ਉਤਰੋ ਪਾਰ। ਨਾਮਦੇਵ ਜੀ ਜਿਹੜੇ ਹੈਗੇ ਇਹ ਕੀਮਤੀ ਵਿਚਾਰ ਦੇ ਰਹੇ ਭਾਈ। ਆ ਜਿਹੜਾ ਤਰੀਕਾ ਹੈਗਾ, ਇਸ ਗੱਲ ਨੂੰ ਵਿਚਾਰ ਕਰ ਲਓ। ਇਹ ਸਾਧ ਸੰਗਤ ਜਿਹੜੀ ਹੈਗੀ ਗੁਰੂ ਦੀ, ਜਿਹੜੀ ਬ੍ਰਹਮ ਗਿਆਨੀਆਂ ਦੀ ਸ਼ਰਨ, ਜਿਹੜੀ ਬ੍ਰਹਮ ਗਿਆਨੀਆਂ ਦੀ ਜਿਹੜੀ ਹੈਗੀ ਆ, ਉਹਨਾਂ ਤੋਂ ਗਿਆਨ ਲੈ ਲਓ ਔਰ ਇਸ ਤਰੀਕੇ ਦੇ ਨਾਲ ਜਿਹੜਾ ਹੈਗਾ ਇਸ ਵਿਧੀ ਦੇ ਨਾਲ ਹੇ ਸਾਧਨਾ ਕਰਨ ਵਾਲਿਓ, ਹੇ ਅਭਿਆਸੀਓ, ਹੇ ਸੰਤੋ, ਸੰਸਾਰ ਸਮੁੰਦਰ ਤੋਂ, ਇਸ ਗੇਮ ਤੋਂ ਬਾਹਰ, ਇਸ ਗੇਮ ਨੂੰ ਜਿੱਤ ਸਕਦੇ ਹੋ। ਇਹ ਹਰਡਲ ਜਿਹੜੀ ਹੈਗੀ ਦੂਰ ਕਰ ਸਕਦੇ ਹੋ। ਹਾਂਜੀ ਵੀਰ ਜੀ। ਹਾਂਜੀ ਠੀਕ ਹੈ ਜੀ। ਫਿਰ ਸਾਨੂੰ ਉਹ ਸਮਝਾ ਰਹੇ, ਕਹਿੰਦੇ ਕਿ ਜਾ ਕੇ ਮਸਤਕ ਲਿਖਿਓ ਕਰਮਾ, ਤੋ ਭਜ ਪਰ ਹੈ ਗੁਰ ਕੀ ਸ਼ਰਨ। ਹਾਂ, ਹੁਣ ਦੇਖੋ ਇਹਦਾ ਮਤਲਬ ਨਹੀਂ ਲਿਖੇ ਕਰਮ ਆ ਕਿ ਆਪਾਂ ਤਾਂ ਹੀ ਭਗਤੀ ਕਰਨੀ, ਨਹੀਂ ਲਿਖੇ ਤੇ ਨਹੀਂ ਕਰਨੀ, ਏਦਾਂ ਦੀ ਗੱਲ ਨਹੀਂ ਹੈਗੀ। ਹਾਂ, ਆਪਾਂ ਖੁਦ ਆਪਣੇ ਜੀਵਨ ਨੂੰ ਬਣਾ ਸਕਦੇ। ਹੁਣ ਦੇਖੋ ਆਪਣੇ ਘਰ 'ਚ, ਆਪਣੇ ਤੁਸੀਂ ਲਾਗੇ ਬੰਨੇ ਵੇਖੋ, ਸਾਰੇ ਬੰਦੇ ਜਿਮ ਨਹੀਂ ਜਾਂਦੇ, ਸਾਰੇ ਬੰਦੇ ਵਰਜਿਸ਼ ਨਹੀਂ ਕਰਦੇ ਤੇ ਸਰੀਰ ਉਹਨਾਂ ਦੇ ਸੁਧਾਰਨ ਹੀ ਰਹਿੰਦੇ ਆ, ਸਪੈਸ਼ਲ ਮਸਲ ਤੇ ਬਣਦੇ ਨੇ। ਜੇ ਕੋਈ ਜਾਂਦਾ ਹੈ ਤੇ ਨਜ਼ਰ ਸਾਹਿਬ ਸ਼ਕਤੀ ਉਰਚੀ ਹੋਣੀ ਆ, ਸਰੀਰ ਉਹਦਾ ਹੀ ਸੋਹਣਾ ਬਣਨਾ ਹੈ। ਜਿਹੜਾ ਜਿਮ ਜਾਊਗਾ, ਜਿਹੜਾ ਖਾਣ ਪੀਣ ਤੇ ਪਰਹੇਜ਼ ਕਰੂਗਾ, ਸਹੀ ਹੈ, ਬਿਲਕੁਲ। ਸਰੀਰ ਸਾਡੇ ਕੋ ਵੀ ਉਹੀ ਆ, ਗੁਰ ਕੋ ਵੀ ਉਹੀ ਆ। ਹੁਣ ਆ ਵੇਖੋ ਜਨਾਨੀਆਂ ਕਿੱਡੀਆਂ ਮੋਟੀਆਂ ਹੁੰਦੀਆਂ ਤੇ ਪਤਾ ਨਹੀਂ ਕਿੰਨਾ ਕੁ ਵਜਨ ਨਾਲ ਚੁੱਕੀ ਫਿਰਦੀਆਂ, ਤੇ ਕਈ ਜਨਾਨੀਆਂ ਵੇਖੋ ਐਕਸਰਸਾਈਜ਼ ਕਰਦੀਆਂ, ਯੋਗਾ ਜਾਗਾ ਕਰਦੀਆਂ, ਉਹਨਾਂ ਦੀ ਫਿਟਨੈਸ ਵੇਖੋ ਕਿੰਨੀ ਵਧੀਆ, ਬੜਾ ਸੋਹਣਾ ਕੱਪੜਾ ਲੱਗਦਾ। ਇਹਦਾ ਮਤਲਬ ਨਹੀਂ ਉਹਨਾਂ ਕੋਲ ਵੱਖਰਾ ਸਰੀਰ ਆ, ਸਰੀਰ ਸਾਰਿਆਂ ਕੋਲ ਬਰਾਬਰ ਨੇ, ਪਰ ਉਹਨੂੰ ਪਤਾ ਹੈ ਕਿ ਇਹਦੀ ਵਰਤੋਂ ਕਿੱਦਾਂ ਕਰਨੀ। ਉਹਦੀ ਮਿਹਨਤ ਰੰਗ ਲਿਆਉਂਦੀ ਆ, ਉਹਨੂੰ ਬਿਮਾਰੀਆਂ ਤੋਂ ਵੀ ਬਚਾਉਂਦੀ ਆ, ਉਹਨੂੰ ਤੰਦਰੁਸਤੀ ਵੀ ਦਿੰਦੀ ਹੈ। ਤੇ ਕਈ ਬੰਦੇ ਵੇਖੋ ਤੁਰਦੇ ਹੀ ਆ ਤੇ ਇੰਜ ਤੁਰਦੇ ਧਰਤੀ ਤੇ ਜਿੱਦਾਂ ਪਤਾ ਨਹੀਂ ਕਿੰਨਾ ਕੁ ਕੀ ਫਿਰਦੇ। ਪਰਮਾਤਮਾ ਨੇ ਕੋਈ ਸਾਡੇ 'ਚ ਵਾਧਾ ਘਟਾ ਨਹੀਂ ਕੀਤਾ, ਸਾਨੂੰ ਬਰਾਬਰ ਹੀ ਸ਼ਕਤੀ ਦਿੱਤੀ ਹੈ। ਕਈ ਲੋਕ ਉਹਨੂੰ ਪ੍ਰਗਟ ਕਰ ਲੈਂਦੇ ਨੇ, ਕਈ ਲੋਕ ਨਹੀਂ ਪ੍ਰਗਟ ਕਰਦੇ। ਤੁਸੀਂ ਵੇਖ ਲਓ ਕਿੰਨੇ ਕੁ ਲੋਕ ਪ੍ਰਗਟ ਕਰਦੇ ਆ ਨਜ਼ਰ ਸਾਹਿਬ। ਬਿਲਕੁਲ, ਕੁਦਰਤ ਥੋੜੀ ਮਨਾ ਕਰਦੀ ਹੈ। ਬਿਲਕੁਲ ਨਹੀਂ ਮਨਾ ਕਰਦੀ, ਬਿਲਕੁਲ ਨਹੀਂ ਮਨਾ ਕਰਦੀ। ਉਹ ਤਾਂ ਆਪਣੀ ਮਰਜ਼ੀ ਹੈ। ਤੁਸੀਂ ਹੁਣ ਘੰਟਾ ਡੇਢ ਘੰਟਾ ਇਨਵੈਸਟ ਕਰੋ ਆਪਣੇ ਸਰੀਰ ਤੇ, ਖਾਣ ਪੀਣ ਤੇ ਪਰਹੇਜ਼ ਕਰੋ, ਤੁਹਾਡਾ ਸਰੀਰ ਬਿਮਾਰੀਆਂ ਤੋਂ ਵੀ ਬਚੂਗਾ, ਵੇਖਣ 'ਚ ਵੀ ਸੋਹਣਾ ਲੱਗੂਗਾ। ਮੈਂ ਕਹਿੰਦਾ 15 ਮਿੰਟ ਹੀ ਜਿਹੜਾ ਹੈਗਾ ਰਿਗਰਸ ਯੋਗਾ 15 ਮਿੰਟ ਕਰ ਲੈ ਇਨਸਾਨ, ਤੇ ਉਹਦੇ ਨਾਲ ਹੀ ਸਰੀਰ ਜਿਹੜਾ ਹੈਗਾ ਕਿਤੇ ਤਾਂ ਕਿਤੇ ਬਦਲ ਜਾਂਦਾ। ਹਾਂ, ਤੇ ਪਰ ਨਿੱਜਰ ਸਾਹਿਬ ਬਿਨਾਂ ਕੀਤੇ ਤੇ ਕੁਛ ਵੀ ਨਹੀਂ ਹੁੰਦਾ। ਹੁਣ ਇਹੋ ਸਾਨੂੰ ਸਮਝਣ ਦੀ ਲੋੜ ਆ। ਕਹਿੰਦੇ ਆ ਸੋ ਭਜ ਪਰ ਹੈ ਗੁਰ ਕੀ ਸਰਨਾ। ਤੇ ਜਿਹੜਾ ਬੰਦਾ ਹੁਣ ਸੰਗਤ 'ਚ ਇਹੋ ਕਹਿੰਦੀ ਆ ਕਿ ਬਈ ਸ਼ਰਨ ਦਾ ਮਤਲਬ ਕਿ ਗੁਰੂਆਂ ਦੀ ਬਾਣੀ ਸਾਨੂੰ ਇਹ ਸਮਝਾ ਰਹੀ ਆ ਕਿ ਤੁਸੀਂ ਧਿਆਨ ਸਿਮਰਨ ਕਰੋ, ਭਗਤੀ ਕਰੋ, ਤੇ ਜਦੋਂ ਤੁਸੀਂ ਉਹਨਾਂ ਦਾ ਕਹਿਣਾ ਮੰਨ ਲਿਆ, ਸ਼ਰਨ 'ਚ ਆਉਣ ਦਾ ਮਤਲਬ ਇਹੋ ਆ, ਉੱਥੇ ਕੋਈ ਪੈਰ ਨਹੀਂ ਬਣੇ ਜਿੱਥੇ ਪੈਰਾਂ 'ਚ ਜਾ ਕੇ ਆਪਾਂ ਸ਼ਰਨ ਲੈਣੀ ਆ। ਸ਼ਰਨ ਦਾ ਮਤਲਬ ਇੰਨਾ ਹੀ ਹੈ ਕਿ ਜੋ ਬਾਣੀ ਕਹਿੰਦੀ ਆ ਉਹਦੇ ਅਨੁਸਾਰ ਆਪਣੇ ਜੀਵਨ ਨੂੰ ਚਲਾਉਣਾ ਸ਼ੁਰੂ ਕਰ ਦੇਣਾ। ਉਹ ਕਹਿੰਦੇ ਭਗਤੀ ਕਰੋ ਤੇ ਭਗਤੀ ਕਰਨੀ ਸ਼ੁਰੂ ਕਰ ਦਿਓ। ਇਹੋ ਹੀ ਮਤਲਬ ਹੈ ਕਿ ਗੁਰੂ ਦੇ ਚਰਨਾਂ ਦੇ ਵਿੱਚ ਤੁਸੀਂ ਸ਼ਰਨ ਲੈ ਲਈ ਹੈ। ਕੋਈ ਹੋਰ ਕੰਮ ਨਾ ਸਮਝ ਲਿਓ, ਕਿਸੇ ਬੰਦੇ ਦੇ ਚਰਨਾਂ 'ਚ ਨਾ ਚੱਲ ਜਿਓ। ਇਹ ਵੀ ਪੰਗਾ ਜੋ ਇੱਕ ਬਾਬੇ ਦੀ ਸ਼ਰਨ 'ਚ ਨਾ ਚੱਲ ਜਿਓ। ਬਾਬੇ ਨੇ ਕੀ ਕਰ ਦੇਣਾ ਤੁਹਾਡਾ, ਉਹ ਵਿਚਾਰਾ ਤੇ ਆਪ ਬੈਠਾ। ਤੇ ਕਹਿਤ ਨਾਮਦੇਵ ਇਹ ਵਿਚਾਰ ਇਨ ਬਿਦ ਸੰਤੋ
ਉਤਰੋ ਪਾਰ। ਕਹਿਣ ਤੋਂ ਭਾਵ ਕਿ ਜਦੋਂ ਤੁਸੀਂ ਗੁਰੂਆਂ ਦੀ ਜਿਹੜੀ ਬਾਣੀ ਹੈਗੀ ਆ, ਉਹਨਾਂ ਦੇ ਜਿਹੜੇ ਨਿਰਦੇਸ਼ ਹੈਗੇ, ਤੁਸੀਂ ਉਹਨਾਂ ਨੂੰ ਸਵੀਕਾਰ ਕਰ ਲੈਂਦੇ ਹੋ, ਤੇ ਫਿਰ ਏਦਾਂ ਇਹ ਗੱਲ ਦਾ ਵਿਚਾਰ ਕਰਨਾ। ਤੇ ਜਦੋਂ ਤੁਸੀਂ ਇਸ ਗੱਲ ਦਾ ਵਿਚਾਰ ਕਰਨਾ ਸ਼ੁਰੂ ਕਰਤਾ, ਤੁਹਾਡਾ ਜੀਵਨ ਆਪਣੇ ਆਪ ਹੀ ਬਦਲ ਜਾਣਾ ਹੈ ਔਰ ਤੁਸੀਂ ਭਵ ਸਾਗਰ ਤੋਂ ਪਾਰ ਲੰਘ ਜਾਣਾ। ਜਿਹੜੀ ਚੀਜ਼ ਡੋਬਦੀ ਪਈ ਹੈ ਮੇਰੀ ਕਿਸ਼ਤੀ ਨੂੰ, ਮੇਰੀ ਕਿਸ਼ਤੀ ਜਦੋਂ ਵੀ ਪਾਣੀ ਚ ਉਤਰਦੀ ਹੈ ਨਾ, ਨਾਲ ਹੀ ਡੁੱਬ ਜਾਂਦੀ ਹੈ, ਕਿਉਂਕਿ ਬਹੁਤ ਜ਼ਿਆਦਾ ਮੈਂ ਲੋਹਾ ਗਲਤ ਚੀਜ਼ਾਂ ਦਾ ਲੱਦ ਕੇ ਬੈਠਾ। ਤੇ ਜਦੋਂ ਮੈਂ ਉਹਨਾਂ ਚੀਜ਼ਾਂ ਨੂੰ ਚੁੱਕ ਕੇ ਪਰੇ ਮਾਰਦਾ, ਨਿੱਜਰ ਸਾਹਿਬ ਕਿਸ਼ਤੀ ਹੌਲੀ ਹੋ ਜਾਂਦੀ ਹੈ ਤੇ ਮੈਂ ਨਦੀ ਦੇ ਦੂਜੇ ਕਿਨਾਰੇ ਤੇ ਚਲ ਜਾਂਦਾ। ਕੰਮ ਤੇ ਇੰਨਾ ਹੀ ਹੈ ਨਾ। ਬਿਲਕੁਲ। ਹੁਣ ਲੋੜ ਤੋਂ ਜ਼ਿਆਦਾ ਤੁਸੀਂ ਆਪਣੇ ਚ ਲੱਦ ਲੋਗੇ ਸਮਾਨ, ਤੇ ਇਹ ਕਿਸ਼ਤੀ ਕਿੱਥੇ ਦੂਰ ਜਾਣੀ? ਇਹ ਤੇ ਕੰਢੇ ਤੇ ਡੁੱਬ ਜਾਣੀ। ਹਾਂ। ਹੁਣ ਜੇ ਕਿਸ਼ਤੀ ਨੂੰ ਆਪਾਂ ਪਾਰ ਲੰਘਾਉਣਾ ਚਾਹੁੰਦੇ ਆ, ਛੱਲਾਂ ਵੀ ਹੈਗੀਆਂ, ਇਹਦਾ ਮਤਲਬ ਉਹ ਚ ਲੋਡ ਘੱਟ ਪਾਓ। ਲੋਡ ਵਿਚਾਰਾਂ ਦਾ ਹੀ ਹੈ ਗੋਲਡੀ ਸਾਹਿਬ, ਲਾਉਣਾ ਵਿਚਾਰਾਂ ਦਾ ਲੋਡ ਹੈਗਾ। ਨਿੱਜਰ ਸਾਹਿਬ ਵਿਚਾਰਾਂ, ਹਾਂ ਨਿੱਜਰ ਸਾਹਿਬ ਵਿਚਾਰਾਂ ਦਾ ਤਾਂ ਹੈਗਾ ਹੀ ਹੈਗਾ, ਪਰ ਜਦੋਂ ਆਪਾਂ ਹੁਣ ਉਹ ਕਿਸ਼ਤੀ ਤੇ ਰੋਜ਼ ਜਿਹੜੀ ਪੱਥਰ ਪਾਈ ਜਾਵਾਂਗੇ ਤੇ ਕਿਸ਼ਤੀ ਹੌਲੀ ਥੋੜੀ ਹੁੰਦੀ ਹੈ, ਤੇ ਭਾਰੀ ਹੁੰਦੀ ਹੈ। ਬਿਲਕੁਲ ਭਾਰੀ ਹੋ ਰਹੀ ਹੈ, ਬਿਲਕੁਲ ਭਾਰੀ ਹੋ ਰਹੀ। ਹੁਣ ਜਿੱਦਾਂ ਦਾ ਆਪਾਂ ਜੀਵਨ ਬਤੀਤ ਕਰ ਰਹੇ ਹਾਂ, ਜੇ ਆਪਾਂ ਚੰਗਾ ਜੀਵਨ ਬਤੀਤ ਕਰ ਰਹੇ ਹਾਂ, ਕਿਸ਼ਤੀ ਹੌਲੀ ਹੋ ਰਹੀ ਹੈ, ਤੇ ਜੇ ਗੰਦਮੰਦ ਮੈਂ ਸੁੱਟ ਰਿਹਾ ਤੇ ਕਿਸ਼ਤੀ ਭਾਰੀ ਹੋ ਰਹੀ ਹੈ। ਬਿਲਕੁਲ ਸਹੀ ਹੈ, ਬਿਲਕੁਲ ਸਹੀ ਹੈ। ਕਿਸ਼ਤੀ ਦੀ ਕਪੈਸਿਟੀ ਕਿੰਨੀ ਹੈ? ਲੋਡ ਇੱਕ ਦਿਨ ਚ ਥੋੜੀ ਲੱਦਿਆ ਜਾਂਦਾ। ਹਾਂ, 24 ਘੰਟੇ ਦਿੱਤੇ ਹੋਏ ਆ ਤੁਹਾਨੂੰ, ਲੋਡ ਘਟਾ ਸਕਦੇ ਹੋ, ਵਧਾ ਸਕਦੇ ਹੋ, ਲੱਦੀ ਜਾਓ। ਹੁਣ ਤੁਹਾਡੇ ਘਰ ਚ ਵੇਖੋ, ਤੁਹਾਡੇ ਘਰ ਚ ਗੰਦਮੰਦ ਆ, ਤੁਸੀਂ ਚੁੱਕ ਕੇ ਬਾਹਰ ਨਹੀਂ ਸੁੱਟ ਦਿੰਦੇ? ਨਹੀਂ ਚਾਹੀਦਾ। ਬਿਲਕੁਲ। ਰੱਖਦੇ ਆ ਆਪਾਂ ਘਰ ਚ? ਨਹੀਂ। ਇਹ ਬੋ ਵਾਲਾ ਗੰਦ ਬਹੁਤ ਵਧੀਆ, ਆਪਾਂ ਨਹੀਂ, ਆਪਾਂ ਚੁੱਕ ਕੇ ਬਾਹਰ ਮਾਰਦੇ ਆ, ਬੋ ਆਉਂਦੀ ਹੈ। ਪਰ ਆਪਣੇ ਅੰਦਰ ਇੰਨਾ ਗੰਦ ਹੈਗਾ, ਆਪਾਂ ਨਹੀਂ ਮਹਿਸੂਸ ਕਰਦੇ ਨੂੰ ਬਾਹਰ ਸੁੱਟੀਏ। ਬਿਲਕੁਲ। ਹਾਂ, ਤੇ ਜਿਹੜਾ ਸੁੱਟਣ ਲਈ ਉਹਨੂੰ ਪਤਾ ਲੱਗ ਗਿਆ ਮੇਰੇ ਅੰਦਰ ਹੈਗਾ, ਬੰਦਾ ਮੰਨਦਾ ਥੋੜੀ ਕਿ ਮੇਰੇ ਚ ਔਗਣ ਹੈ। ਹੁਣ ਤੁਹਾਡੇ ਚ ਇੱਥੇ 88 ਬੰਦੇ ਆ, ਸਾਰੇ ਕਿੱਥੇ ਮੰਨਦੇ ਆ? ਮੰਨਣਗੇ? ਮੈਂ ਵੀ ਬੈਠਾ, ਮੈਂ ਮੰਨਾਂਗਾ ਮੈਂ ਮੇਰੇ ਚ ਵੀ ਔਗਣ ਹੈਗੇ। ਗੁਰਬਾਣੀ ਕਹਿੰਦੀ ਹਮ ਨਹੀਂ ਚੰਗੇ ਤੇ ਬੁਰਾ ਨਹੀਂ ਕੋਈ। ਕਿਤੇ ਤੂੰ ਆਪਣੇ ਆਪ ਨੂੰ ਕਹਿੰਦੇ ਜੋ ਆਪਸ ਕੋ ਜੋ ਭਲਾ ਕਹਾਵੇ ਤਾਂ ਕਿ ਭਲਾਈ ਨਿਕਟ ਨਾ ਆਵੇ, ਮਨਾ ਕਰਦੀ ਬਾਣੀ। ਇਸ ਕਰਕੇ ਕੋਸ਼ਿਸ਼ ਕਰੋ, ਬਸ ਥੋੜੀ ਬਹੁਤੀ ਸਫਾਈ ਕਰਿਆ ਕਰੋ, ਜਿੱਦਾਂ ਘਰ ਦੀ ਸਫਾਈ ਕਰਦੇ ਆ। ਹੁਣ ਆਪਾਂ ਘਰ ਦੀ ਸਫਾਈ ਨਹੀਂ ਕਰਦੇ ਤੇ ਸਫਾਈ ਕਿਸੇ ਨੇ ਤੇ ਆ ਕੇ ਕਰਨੀ ਜਾਣੀ, ਜਾਂ ਤੇ ਕਿਸੇ ਨੂੰ ਪੈਸੇ ਦਿਓ ਤੁਹਾਡੇ ਲਈ ਤਾਂ ਕਰੂਗਾ, ਨਹੀਂ ਤੇ ਖੁਦ ਕਰੋ। ਇਸੇ ਹੀ ਤਰ੍ਹਾਂ ਇਹ ਜਿਹੜੀ ਸਾਡੀ ਅੰਦਰ ਦੀ ਮਲੀਨਤਾ ਹੈ, ਗੰਦਗੀ, ਉਹਨੂੰ ਸਾਫ਼ ਕਰਨਾ ਪੈਂਦਾ। ਉਹਨੂੰ ਸਾਫ਼ ਕਰਨ ਦਾ ਇੱਕ ਸਿੰਪਲ ਜਿਹਾ ਤਰੀਕਾ ਹੈਗਾ, ਨਿਰਵਿਚਾਰ ਸਮਾਧੀ 'ਚ ਜਾਓ। ਉੱਥੇ ਆਤਮਾ ਦੇ ਸਾਹਮਣੇ ਸਾਖਸ਼ਾਤ ਹੋਣਾ ਤੇ ਬਾਕੀ ਕੰਮ ਆਤਮਾ ਨੇ ਆਪੇ ਕਰ ਦੇਣਾ। ਕੁਛ ਕਰਨ ਦੀ ਲੋੜ ਨਹੀਂ ਆ। ਚਿੱਤ ਨੇ ਆਪਣੇ ਆਪ ਹੀ ਸ਼ਾਂਤ ਹੋ ਜਾਣਾ। ਚਿੱਤ ਸ਼ਾਂਤ ਹੋ ਗਿਆ ਤੇ ਤੁਸੀਂ ਸ਼ੁੱਧ ਹੋ ਜਾਣਾ ਵਾ। ਸੱਚ ਚਿੱਤ ਹੀ ਆਨੰਦ ਹੋ। ਹਾਂ, ਸੱਚ ਚਿੱਤ ਆਨੰਦ ਹੋ। ਹਾਂ, ਨਿਰਵਿਚਾਰ ਹੋਣ ਦੇ ਨਾਲ ਹੀ ਆਪਾਂ ਨੂੰ ਪਤਾ ਲੱਗਣਾ ਹੈ ਵੀ ਆਹ ਗੰਦਗੀ ਇੱਥੇ ਆ ਪਿਆ, ਇੱਥੇ ਆ ਪਿਆ, ਇੱਥੇ ਆ ਪਿਆ, ਸੁੱਟਣ ਵਾਲਾ ਹੈ ਸਾਰਾ। ਹਾਂਜੀ ਵੀਰ ਜੀ। ਹੁਣ ਇੱਕ ਵੇਖੋ, ਆਪ ਇੱਕ ਬਹੁਤ ਤੇਜ਼ ਗੱਡੀ ਦੇ ਵਿੱਚ ਬੈਠੇ ਜੋ, ਤੇ ਬਾਹਰ ਵੇਖੋ ਤੁਹਾਨੂੰ ਕੋਈ ਦਿਖਣਾ ਹੀ ਨਹੀਂ ਸਹੀ ਹੈ ਜਾਂ ਗਲਤ ਹੈ, ਕਿਉਂਕਿ ਬਹੁਤ ਤੇਜ਼ ਹੈਗੀ ਸਾਡੀ ਗੱਡੀ ਦੀ ਸਪੀਡ। ਤੇ ਜਦੋਂ ਤੁਸੀਂ ਉਹਨੂੰ ਖਿਲਾਰਤਾ ਤੇ ਸਾਹਮਣੇ ਤੁਹਾਨੂੰ ਦਿਖ ਪੈਣਾ ਕੀ ਸਹੀ ਜਾਂ ਕੀ ਗਲਤ। ਬਿਲਕੁਲ। ਤੇ ਕੋਈ ਔਖਾ ਕੰਮ ਤੇ ਹੈ ਨਹੀਂ। ਹਾਂਜੀ ਨਿੱਜਰ ਸਾਹਿਬ, ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੀ। ਹਾਂਜੀ ਵੀਰ ਜੀ, ਬਿਲਕੁਲ ਸਹੀ ਹੈ। ਠੀਕ ਹੈ ਜੀ। ਏਕ ਓਂਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦਿ। ਤੇ ਮੇਰੇ ਪਿਤਾ ਗਰੀਬ ਨਿਵਾਜ ਪਾਣੀ ਪੜ੍ਹਦਿਆਂ ਵਿਚਾਰ ਕਰਦਿਆਂ ਨੇ ਇੱਕ ਪ੍ਰਕਾਰ ਦੀਆਂ ਭੁੱਲਾਂ ਹੋ ਗਈਆਂ, ਗਲਤੀਆਂ ਹੋ ਗਈਆਂ, ਨਿਦਾਨ ਵਿੱਚ ਸੰਕੀ ਮਾਫ ਕਰੋ ਤੇ ਸ਼ੁੱਧ ਸਪਸ਼ਟ ਬਾਣੀ ਪੜ੍ਹਨ ਦੀ ਆਗਿਆ ਬਖਸ਼ਣੀ ਮੇਰੇ ਮਾਲਿਕ। ਆਈਆਂ ਸੰਗਤਾਂ ਦੇ ਘਰ ਵਿੱਚ ਸੁਖ ਸ਼ਾਂਤੀ ਬਖਸ਼ਣੀ, ਨਾਮਦਾਨ ਬਖਸ਼ਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਵਾਹਿਗੁਰੂ। ਆਪਾਂ ਨੂੰ ਨਾ ਘਰ ਦੀ ਨਾਪ ਤਿਆਗ ਜਿਹੜਾ ਆਖਿਆ ਨਾ ਜੀ, ਸਮਝਿਆ ਜਿਹੜਾ ਆਖਿਆ, ਆਪਣੀ ਆਤਮਾ ਨੂੰ ਛੱਡ ਦਿੱਤਾ, ਤੁਸੀਂ ਬਾਹਰਲੇ ਪਾਸੇ ਚੱਲ ਪਿਆ। ਇਹ ਸਾਰਾ ਸਾਨੂੰ ਸਮਝਾਇਆ ਗਿਆ ਜੀ ਅੱਜ। ਬਹੁਤ ਤੁਹਾਡੀ ਮਿਹਰਬਾਨੀ ਜੀ। ਵੀਰ ਜੀ ਜਿਹੜਾ ਹੈ ਨਾ, ਆਪਾਂ ਸੱਚਾਈ ਜਿਹੜੀ ਹੈਗੀ ਨਾ, ਮਹਾਰਾਜ ਮਿਹਰ ਕਰੋ, ਮਿਹਰ ਕਰੋ। ਚਲੋ ਹਾਂਜੀ। ਵਾਹਿਗੁਰੂ ਵਾਹਿਗੁਰੂ।
ਵਾਹਿਗੁਰੂ 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 ਸੰਗੀਤ ਦੀ ਚੋਜ ਵਾਹਿਗੁਰੂ 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 ਤਾਂ ਸੰਗੀਤ ਦੀ ਚੁੱਪ ਜਾਣ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ